ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਗੱਦੀ ਤੇ ਸਭਾਈਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਪ ਸਰਬੱਤ ਸੰਗਤਾਂ ਵਡਭਾਗੇ ਬਣੇ ਹੋ, ਜਿਨ੍ਹਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ, ਜਿਸ ਸਦਕਾ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਤੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਦੇ ਅੰਦਰ ਰਾਤਰੀ ਦੇ ਵਿਸ਼ੇਸ਼ ਦੀਵਾਨ, ਜਿਨ੍ਹਾਂ ਦੇ ਅੰਦਰ ਆਪ ਜੀਆਂ ਦੇ ਸੋਦਰ ਦੀ ਬਾਣੀ ਉਪਰੰਤ ਭਾਈ ਸਾਹਿਬ ਹੋਣਾ ਦੇ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖਣ, ਜਿੰਨੀ ਕੁ ਸਤਿਗੁਰੂ ਪਾਤਸ਼ਾਹ ਜੀ ਸੋਝੀ ਬਖਸ਼ਣ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਜੀਵਨ ਤੇ ਯਤਨ ਕਰਾਂਗੇ। ਸਮਾਂ ਥੋੜਾ, ਸਮੇਂ ਦੇ ਅੰਦਰ ਰਹਿ ਕੇ ਪੰਛੀ ਵੱਲ ਝਾਤ ਮਾਰਾਂਗੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ 5 ਸਾਹਿਬਜ਼ਾਦੇ ਨੇ ਤੇ 1 ਸਪੁੱਤਰੀ ਹੈ। ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਇਹਨਾਂ ਦੇ ਮਹਿਲ ਮਾਤਾ ਨਿਹਾਲ ਕੌਰ, ਮਾਤਾ ਅਨੰਤੀ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ 2 ਪੁੱਤਰਾਂ ਦਾ ਜਨਮ ਹੁੰਦਾ ਹੈ, ਇੱਕ ਧੀਰਮਲ ਤੇ ਇੱਕ ਗੁਰੂ ਹਰਿਰਾਏ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ 1646 ਨੂੰ ਮਾਤਾ ਰਾਮ ਕੌਰ ਦੀ ਕੁੱਖ ਤੋਂ ਬਾਬਾ ਰਾਮ ਰਾਏ ਜੀ ਤੇ 1656 ਨੂੰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਮੈਂ ਥੋੜਾ ਜਿਹਾ ਉਹਨਾਂ ਦੇ ਜਨਮ ਤੋਂ ਜਾਂ ਪ੍ਰਕਾਸ਼ ਤੋਂ ਪਹਿਲਾਂ ਦਾ ਜਿਹੜਾ ਆਪ ਜੀ ਨਾਲ ਜ਼ਿਕਰ ਕਰਨਾ ਜ਼ਰੂਰ ਕਰਨਾ ਹੈ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਇੱਕ ਗੱਲ ਕਹੀ ਸੀ ਕਿ ਆਪਣੀ ਕੁੱਖ ਨੂੰ ਤਿਆਰ ਕਰੋ। ਕੁੱਖ ਨੂੰ ਤਿਆਰ ਕਰਨ ਦਾ ਭਾਵ ਇਹ ਹੈ, ਡਾਕਟਰ ਸਰੂਪ ਸਿੰਘ ਅਲੱਗ ਹੋਣਾ ਦਾ ਮੈਂ ਇੱਕ ਵਚਨ ਪੜ੍ਹਦਾ ਪਿਆ ਸੀ। ਉਹ ਕਹਿੰਦੇ ਜੇ ਚਾਹੁੰਦੇ ਆ ਕਿ ਔਲਾਦ ਚੰਗੀ ਪੈਦਾ ਹੋਵੇ ਤੇ 16 ਸਾਲ ਉਹਦੇ ਜੰਮਣ ਤੋਂ ਪਹਿਲਾਂ ਕੁੱਖ ਤਿਆਰ ਹੋਣੀ ਚਾਹੀਦੀ ਹੈ। ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਮੈਂ ਕੁਝ ਕੁ ਪ੍ਰਮਾਣ ਆਪ ਜੀਆਂ ਨਾਲ ਸਾਂਝੇ ਕਰਾਂਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਮਾਂ ਨੂੰ ਵਡਿਆਈ ਵੀ ਦਿੱਤੀ ਹੈ। ਆਪਾਂ ਕਈ ਵਾਰੀ ਹੁਕਮਨਾਮੇ ਸਾਹਿਬ ਦੇ ਅੰਦਰ ਪਾਵਨ ਬਚਨ ਪੜ੍ਹਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਝਾ,
तिन सुजी देह फिरै बिन नावै ओए खप खप होए करंज। सतगुरु पातशाह महाराज जीआं दा ये पावन वचन आपां जदों पढ़दे हां, ਇਹਦੇ ਜਦੋਂ ਆਪਾਂ ਵਿਦਵਾਨਾਂ ਦੇ ਅਰਥ ਜਿਹੜੇ ਉਹਨਾਂ ਨੇ ਕੀਤੇ ਹੈ ਉਹ ਆਮ ਕਰਕੇ ਆਪਣਾ ਸਿੱਧੇ ਜੇ ਅਰਥ ਪੜ੍ਹਦੇ ਆ ਕਿ ਜਿਹੜੇ ਹਿਰਦੇ ਨਾਮ ਤੋਂ ਖਾਲੀ ਹੈ, ਜਿਨ੍ਹਾਂ ਹਿਰਦਿਆਂ ਦੇ ਵਿੱਚ ਪਰਮੇਸ਼ਰ ਦਾ ਗਿਆਨ ਨਹੀਂ, ਨਾਮ ਦਾ ਅਰਥ ਹੈ ਗਿਆਨ, ਜਿਹੜਾ ਅਸੀਂ ਗੁਰੂ ਦੇ ਕੋਲੋਂ ਲੈ ਕੇ ਆਉਣੇ ਆ। ਕਿਉਂਕਿ ਯਾਦ ਰੱਖਿਓ ਗੁਰਮੁਖੋ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਉਣੇ ਆ ਨਾ, ਕੱਲਾ ਅਸੀਂ ਰਮਾਲਿਆਂ ਦਾ ਦਰਸ਼ਨ ਨਹੀਂ, ਇੱਥੇ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਕ ਬੇਨਤੀ ਕਰਨੀ, ਗੁਰ ਕੀ ਮੱਤ ਤੋਂ ਦੇਹ ਗਿਆਨੇ ਭਗਤ ਬਿਨਾ ਡੂਬੇ ਸਿਆਣੇ। ਹੁਣ ਆਪਾਂ ਡਾਕਟਰ ਕੋਲ ਜਾਂਦੇ ਆ ਤੇ ਉਹ 500 ਰੁਪਇਆ ਪਰਚੀ ਦਾ ਕਟਾ ਲੈਂਦਾ, ਉਹਨੇ 500 ਦੀ ਪਰਚੀ ਕੱਟ ਕੇ ਉਹਨੇ ਮੈਡੀਸਨ ਲਿਖ ਕੇ ਦਿੱਤੀ। ਆਪਾਂ ਕਹੀਏ 500 ਦੀ ਪਰਚੀ ਕਟਾ ਲਈ ਹੈ ਤੇ ਉਹ ਪਰਚੀ ਨੂੰ ਘਰੇ ਜਾ ਕੇ ਅਗਰਬੱਤੀ ਦਿੱਤੀ, ਉਹਨੂੰ ਮੱਥਾ ਟੇਕਿਆ, ਹਫ਼ਤੇ ਬਾਅਦ ਗਏ ਡਾਕਟਰ ਸਾਹਿਬ ਬਿਮਾਰ, ਰੋਗ ਅੱਗੇ ਨਾਲੋਂ ਹੋਰ ਵੱਧ ਗਿਆ। ਡਾਕਟਰ ਕਹੇਗਾ ਮੈਡੀਸਨ ਲਈ ਹੈ, ਆਪਾਂ ਕਹਾਂਗੇ ਨਹੀਂ 500 ਦੀ ਪਰਚੀ ਕਟਾਈ ਸੀ। ਪਰਚੀ ਨੂੰ ਘਰੇ ਫੜ ਕੇ ਬਾਰ-ਬਾਰ ਪੜਿਆ, ਬਾਰ-ਬਾਰ ਮੱਥਾ ਟੇਕਿਆ, ਉਹਨੇ ਕਿਹਾ ਨਹੀਂ ਹੋਏ ਭਰਿਆ, ਅਸਲ ਵਿੱਚ ਤੂੰ ਸਮਝਿਆ ਨਹੀਂ, 500 ਤੇਰੇ ਰੋਗ ਦਾ ਸੀ, ਜਿਹੜਾ ਮੈਂ ਤੇਰਾ ਰੋਗ ਵੇਖ ਕੇ ਤੈਨੂੰ ਦੱਸਿਆ ਹੈ। ਮੈਡੀਸਨ ਮੈਡੀਕਲ ਸਟੋਰ ਤੋਂ ਮਿਲਦੀ ਹੈ, ਇਹ ਖਾਣੀ ਹੈ ਤੇ ਨਾਲ ਪਰਹੇਜ਼ ਰੱਖਣਾ, ਫਿਰ ਜਾ ਕੇ ਰੋਗ ਠੀਕ ਹੋਣਾ ਹੈ। ਆ ਅਸੀਂ ਭੁਲੇਖਾ ਖਾ ਗਏ। ਇੱਕ ਗੁਰਮੁਖੋ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਡੇ ਜੀਵਨ ਦੀ ਦਵਾ ਲਿਖੀ ਹੈ, ਜਿਹਦੇ ਵਿੱਚ ਮਹਾਂਪੁਰਖਾਂ ਨੇ, ਗੁਰਮੁਖ ਪਿਆਰਿਆਂ ਨੇ ਸਾਡੇ ਰੋਗ ਦਾ ਇਲਾਜ ਜਿਹੜਾ ਸਾਨੂੰ ਦੱਸਿਆ ਹੈ ਕਿ ਜੇ ਭਲਿਆ ਤੂੰ ਜੀਵਨ ਨਿਰੋਗੀ ਚਾਹੁੰਦਾ ਹੈ ਤੇ ਗੁਰੂ ਦੀ ਮੱਤ ਤੇ ਚੱਲੀ। ਜਿਸ ਦਿਨ ਗੁਰੂ ਦੀ ਮੱਤ ਤੇ ਚੱਲਣਾ ਸ਼ੁਰੂ ਕਰ ਦੇਵੇਂਗਾ ਨਾ, ਤੇਰੇ ਜੀਵਨ ਦੇ ਅੰਦਰੋਂ ਰੋਗ ਕੋਈ ਨਹੀਂ ਲੱਗੇਗਾ। ਸਰੀਰ ਕਰਕੇ ਬੰਦਾ ਰੋਗੀ। ਭਾਈ ਸਾਹਿਬ ਨੇ ਇੱਕ ਸ਼ਬਦ ਪੜਿਆ ਸੀ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹੁਣ ਸਾਡੇ ਤੇ ਕੋਈ ਸਵਾਲ ਕਰ ਸਕਦਾ ਹੈ ਕਿ ਦੇਖੋ ਗੁਰੂ ਹਰਗੋਬਿੰਦ ਸਾਹਿਬ ਨੂੰ ਸੀਤਲਾ ਉਹਨਾਂ ਨੂੰ ਨਿਕਲੀ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਚੀਚਕ ਦੀ ਬਿਮਾਰੀ ਜਿਹੜਾ ਸੀ ਰੋਗ ਨਿਕਲਿਆ, ਤੇ ਤੁਸੀਂ ਸ਼ਬਦ ਪੜਿਆ ਹੈ ਕਿ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਤੇ ਇਹਦਾ ਮਤਲਬ ਕੀ ਹੈ? ਫਿਰ ਤੁਹਾਡੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਝੂਠ ਲਿਖਿਆ ਹੈ, ਅਸੀਂ ਉੱਥੇ ਉਹਨੂੰ ਕੋਈ ਜਵਾਬ ਨਹੀਂ ਦੇ ਸਕਦੇ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਨੇ ਸਰੀਰ ਨੂੰ ਗੁਰੂ ਨਹੀਂ ਜੇ ਮੰਨਿਆ। ਸਰੀਰ ਨੇ ਭੋਜਨ ਵੀ ਖਾਣਾ ਹੈ, ਭੋਗਮ ਤਾਂ ਹੁਕਮ, ਸਰੀਰ ਨੇ ਭੋਜਨ ਵੀ ਖਾਣਾ ਹੈ ਤੇ ਜਿੱਥੇ ਭੋਜਨ ਗਿਆ ਉੱਥੇ ਰੋਗ ਵੀ ਲੱਗਣੇ ਹੈ। ਯਾਦ ਰੱਖਿਓ, ਗੁਰੂ ਜੋਤ ਹੈ, ਤਾਂ ਹੀ ਇੱਥੇ ਕੋਈ ਉਮਰ ਦਾ ਤਕਾਜ਼ਾ ਨਹੀਂ ਕਿ ਉਮਰ ਏਡੀ ਵੱਡੀ ਹੋਵੇ। ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਪਹਿਲਾਂ ਮਾਂ ਨੂੰ ਇੱਕ ਸ਼ਬਦ ਕਿਹਾ, ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੇ ਹਰ ਵਾਂਝਾ। ਦੂਸਰਾ ਸ਼ਬਦ ਅਸੀਂ ਭਗਤ ਕਬੀਰ ਸਾਹਿਬ ਦਾ ਕਈ ਵਾਰੀ ਪੜ੍ਹਦੇ ਹਾਂ ਕਿ ਜਿਸ ਘਰ ਪੂਤ ਨਾ ਗਿਆਨ ਵਿਚਾਰੀ, ਵਿਧਵਾ ਦਸ ਨਾ ਭਈ ਮਹਤਾਰੀ। ਗੁਰੂ ਸਾਹਿਬਾਂ ਨੇ ਕੇਵਲ ਇਹ ਸਿਧਾਂਤ ਦਿੱਤਾ ਸੀ, ਉਹ ਮਾਂ ਦੀ ਕੁੱਖ ਸੁੰਜੀ ਰਹਿ ਜਾਂਦੀ, ਖਾਲੀ ਰਹਿ ਜਾਂਦੀ, ਜਿਹੜੇ ਹਿਰਦੇ ਗਿਆਨ ਤੋਂ, ਰੱਬ ਦੇ ਨਾਮ ਤੋਂ, ਜਿਹੜੇ ਗੁਰੂ ਦੇ ਸ਼ਬਦ ਤੋਂ ਸਖਣੇ ਹੈ। ਤੇ ਭਗਤ ਕਬੀਰ ਸਾਹਿਬ ਨੇ ਤੇ ਉਹਨਾਂ ਨੇ ਤੇ ਅਖੀਰ ਕਰ ਦਿੱਤੀ, ਕਹਿੰਦੇ ਜੇਕਰ ਪੂਤ ਨਾ ਗਿਆਨ ਵਿਚਾਰੀ, ਵਿਧਵਾ ਦਸ ਨਾ ਭਈ ਮਹਤਾਰੀ। ਕਹਿਣ ਲੱਗੇ ਜਿਹੜੀ ਮਾਂ ਦੀ ਕੁੱਖ ਤੋਂ ਗਿਆਨਵਾਨ ਪੁੱਤਰ ਨਹੀਂ ਪੈਦਾ ਹੋਣਾ ਚੰਗੀ ਹੁੰਦੀ, ਉਹ ਵਿਆਹੀ ਆਈ ਵਿਧਵਾ ਹੋ ਜਾਂਦੀ। ਆਖੋ ਸਤਿਨਾਮ। ਹੁਣ ਕਮਾਲ ਦੀ ਗੱਲ ਹੈ, ਮਾਂ ਦਾ ਕੀ ਕਸੂਰ ਹੈ? ਜੇ ਆਪਾਂ ਤੁਲਸੀਦਾਸ ਨੂੰ ਪੜ੍ਹਦੇ ਹਾਂ, ਤੁਲਸੀਦਾਸ ਨੇ ਕਹਿ ਦਿੱਤਾ, ਜਨਨੀ ਜਣੇ ਤਾਂ ਸੰਤ ਜਨ, ਕਹਿ ਦਾਤਾ ਕੈ ਸੂਰ, ਨਹੀਂ ਤਾਂ ਜਨਨੀ ਬਾਝ ਰਹੇ ਕਾਹੀ ਗਵਾਵੇ ਦੂਰ। ਆਪਾਂ ਭਾਈ ਗੁਰਦਾਸ ਜੀ ਨੂੰ ਪੁੱਛ ਕੇ ਦੇਖਣਾ ਹੈ। ਭਾਈ ਗੁਰਦਾਸ ਜੀ, ਤੁਸੀਂ ਸਿੱਖਾਂ ਦੇ ਵੇਦ ਵਿਆਸ ਹੋ, ਜਿਹੜੀ ਗੱਲ ਦਾ ਹੱਲ ਨਾ ਹੋਵੇ ਤੁਸੀਂ ਹੱਲ ਕਰਦੇ ਹੋ। ਇਹ ਗੁਰੂ ਸਾਹਿਬ ਦੇ ਇਹ ਜਿਹੜੇ ਸਿਧਾਂਤ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਮਾਂ ਗੱਭਣ ਜਾਣਦੀ, ਪੁੱਤ ਸੁਪੁੱਤ ਹੋਵੇ ਸੁਖਦਾਈ। ਗਰਭਵਤੀ ਮਾਂ ਉਹ ਅਰਦਾਸ ਕਰਦੀ ਹੈ, ਮੇਰੀ ਕੁੱਖ ਤੋਂ ਪੈਦਾ ਹੋਣ ਵਾਲਾ ਸੁਪੁੱਤਰ ਪੈਦਾ ਹੋਵੇ, ਕਪੁੱਤਰ ਨਾ ਪੈਦਾ ਹੋਵੇ, ਭੈੜੇ ਲੱਛਣਾਂ ਵਾਲਾ ਨਾ ਹੋਵੇ। ਗੁਰੂ ਹਰਿ ਸਾਹਿਬ ਦੇ ਵਚਨ ਕਿ ਕੁੱਖ ਨੂੰ ਤਿਆਰ ਕਰਨਾ ਹੈ। ਕੁੱਖ ਨੂੰ ਤਿਆਰ ਕਿਵੇਂ ਕਰਨਾ ਹੈ? ਪਹਿਰ ਰਾਤ ਉੱਠ ਕੇ ਇਸ਼ਨਾਨ ਕਰਕੇ ਤੁਸੀਂ ਸਵੇਰੇ ਜਪਜੀ ਸਾਹਿਬ, ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ ਦਾ ਪਾਠ ਕਰਨਾ ਹੈ।
फिर सुरत नूं शब्द दे विच जोड़ के ध्यान लाउणा है, ਉਹਦੇ ਨਾਲ ਤੁਹਾਡੀ ਕੁੱਖ ਤਿਆਰ ਹੋਵੇਗੀ ਤੇ ਜਿਹੜਾ ਬੱਚਾ ਪੈਦਾ ਹੋਣ ਵਾਲਾ ਹੋਵੇਗਾ ਉਹਦੇ ਤੇ ਗੁਰੂ ਸ਼ਬਦ ਦਾ ਅਸਰ ਹੋਵੇਗਾ। ਯਾਦ ਰੱਖਿਓ, ਅੱਜ ਨਾ ਆਮ ਕਰਕੇ ਬੱਚਾ 1.5 ਸਾਲ ਦਾ 2 ਸਾਲ ਦਾ ਉਹਦੇ ਹੱਥ ਵਿੱਚ ਮੋਬਾਈਲ ਦੇ ਦਿਓ ਤੁਸੀਂ, ਉਹ 1 ਸਕਿੰਟ ਲਾਵੇਗਾ, ਉਹਨੂੰ ਖੋਲ ਕੇ ਤੇ ਗੇਮ ਚਲਾ ਲਵੇਗਾ। ਹੁਣ ਬੱਚੇ ਨੇ ਕਿੱਥੋਂ ਪੜ੍ਹਿਆ ਸੀ? ਅਸੀਂ ਹੈਰਾਨ ਹੁੰਦੇ ਕਈ ਵਾਰੀ ਸਿਆਣਾ ਬੰਦੇ ਦੀ ਬੁੱਧੀ ਚੱਕਰ ਖਾ ਜਾਂਦੀ ਹੈ। ਛੋਟਾ ਬੱਚਾ ਉਹਦੇ ਅੱਗੇ ਮੋਬਾਈਲ ਰੱਖਿਆ, ਆਪਾਂ ਕਹਿੰਦੇ ਲੋਕ ਵੀ ਕਈ ਵਾਰੀ ਲਾਈਦਾ ਜੀ, ਉਹ ਖੋਲ ਲੈਂਦਾ ਹੈ। ਉਹਨੇ ਕਿੱਥੋਂ ਸਿੱਖਿਆ? ਉਹਨੇ ਮਾਂ ਦੀ ਕੁੱਖ ਦੇ ਵਿੱਚੋਂ ਸਿੱਖਿਆ। ਮਾਂ ਦੀ ਕੁੱਖ 'ਚ ਬੱਚਾ ਪਲਦਾ ਸੀ, ਮਾਂ ਸਾਰੀ ਦਿਹਾੜੀ ਮੋਬਾਈਲ ਤੇ ਫੇਸਬੁੱਕ ਦੇ ਉੱਪਰ ਲੱਗੀ ਸੀ। ਜੇ ਉਹੀ ਮਾਂ ਕਿਤੇ ਜਪਜੀ ਪੜ੍ਹਦੀ ਹੁੰਦੀ, ਉਹੀ ਮਾਂ ਕਿਤੇ ਸੁਖਮਣੀ ਪੜ੍ਹਦੀ ਹੁੰਦੀ, ਅੱਜ ਤੇ ਵਿਗਿਆਨ ਡਾਕਟਰ ਨੇ ਸਿੱਧ ਕਰ ਦਿੱਤਾ ਇਹ ਗੱਲ ਕਿ ਮਾਂ ਗੁੱਸੇ ਦੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ ਛੋਟੇ ਬੱਚੇ ਨੂੰ ਦੁੱਧ ਦੇ ਦੇਵੇ, ਉਹ ਥੋੜੇ ਸਮੇਂ ਬਾਅਦ ਦੁੱਧ ਬਾਹਰ ਕੱਢ ਦਿੰਦਾ ਹੈ। ਇਹਦਾ ਕਾਰਨ ਕੀ ਹੈ ਜੀ? ਇਹਦਾ ਕਾਰਨ ਹੈ, ਇਹਦਾ ਮਤਲਬ ਕ੍ਰੋਧ ਦੀ ਤਸੀਰ ਦੁੱਧ ਦੇ ਰਾਹੀਂ ਬੱਚੇ ਦੇ ਅੰਦਰ ਗਈ, ਬੱਚੇ ਦਾ ਹਿਰਦਾ ਨਿਰਮਲ ਸੀ, ਪਚਾ ਨਹੀਂ ਸਕਿਆ ਤੇ ਬਾਹਰ ਕੱਢ ਦਿੱਤਾ। ਜੇ ਕਿਤੇ ਉਹੀ ਮਾਂ ਜਪਜੀ ਪੜ੍ਹਦੀ ਹੋਈ ਦੁੱਧ ਦਿੰਦੀ ਤੇ ਜਪਜੀ ਦੀ ਤਸੀਰ ਜ਼ਰੂਰ ਅੰਦਰ ਜਾਣੀ ਸੀ। ਆਸਾ ਦੀ ਵਾਰ ਪੜ੍ਹਦੀ ਹੋਈ ਕਿਤੇ ਉਹ ਆਪਣੇ ਬੱਚੇ ਨੂੰ ਪਾਲਦੀ। ਅੱਜ ਅਸੀਂ ਕਹਿੰਦੇ ਜੀ ਬੱਚੇ ਦੇਖੋ ਜੀ ਬਜ਼ੁਰਗਾਂ ਨੂੰ ਧੱਕਾ ਦੇਣ ਲੱਗ ਪਏ ਆ। ਆਪਾਂ ਇੱਥੇ ਸਿਆਣੇ ਬਜ਼ੁਰਗ ਬੈਠੇ ਆ, ਪਹਿਲੀਆਂ ਮਾਵਾਂ 5-5 ਸਾਲ ਬੱਚੇ ਨੂੰ ਛਾਤੀ ਨਾਲੋਂ ਨਹੀਂ ਸੀ ਲਾਉਂਦੀਆਂ, ਆਪਣੀ ਸੀਨੇ ਦੇ ਨਾਲ ਲਾ ਕੇ ਰੱਖਣਾ, ਆਪਣੇ ਬੱਚੇ ਨੂੰ ਆਪ ਖੁਰਾਕ ਦੇਣੀ। ਅੱਜ ਅਸੀਂ ਸ਼ਿਕੂ ਜੇ ਰੱਖਿਆ ਤੇ ਬੱਚੇ ਨੂੰ ਉਹਦੇ 'ਚ ਪਾ ਕੇ ਬੱਚੇ ਦਾ ਮੋਹ ਟੁੱਟ ਗਿਆ ਜਨਮ ਤੋਂ ਹੀ ਮਾਂ ਦੇ ਨਾਲ। ਬਹੁਤ ਵੱਡਾ ਕਾਰਨ ਹੈ। ਵੱਡਾ ਹੋ ਕੇ ਉਹ ਕਹਿੰਦੇ ਜੀ ਆਖੇ ਨਹੀਂ ਲੱਗਦਾ, ਸਾਡੇ ਕਹਿਣੇ ਤੋਂ ਬਾਹਰ ਹੈ। ਸਤਿਗੁਰ ਪਾਤਸ਼ਾਹ ਇੱਥੇ ਆਪਾਂ ਬਚਨ ਪੜਿਆ ਸੀ ਭਾਈ ਗੁਰਦਾਸ ਜੀ ਦਾ। ਭਾਈ ਗੁਰਦਾਸ ਜੀ ਕਹਿੰਦੇ ਮਾਂ ਗੱਭਣ ਜਾਣਦੀ, ਪੁੱਤ ਸਪੁੱਤ ਹੋਵੇ ਸੁਖਦਾਈ। ਗਰਭਵਤੀ ਮਾਂ ਕਹਿੰਦੀ ਹੈ ਮੇਰੀ ਕੁੱਖ ਤੋਂ ਪੈਦਾ ਹੋਣ ਵਾਲਾ ਜਿਹੜਾ ਕਿ ਸੁਪੁੱਤਰ ਪੈਦਾ ਹੋਵੇ। ਹੁਣ ਸਵਾਲ ਕਰਨ ਵਾਲੇ ਨੇ ਸਵਾਲ ਕਰ ਦਿੱਤਾ, ਕਹਿੰਦਾ ਭਾਈ ਗੁਰਦਾਸ ਜੀ ਮਾਂ ਤੇ ਚਾਹੁੰਦੀ ਹੈ, ਪਰ ਮੰਨ ਲਓ ਕਪੁੱਤਰ ਪੈਦਾ ਹੋ ਜਾਵੇ ਭੈੜੇ ਲੱਛਣਾਂ ਵਾਲਾ, ਫਿਰ ਕੀ ਹੋਵੇ? ਤੇ ਭਾਈ ਗੁਰਦਾਸ ਜੀ ਕਹਿੰਦੇ ਕਪੁੱਤੋਂ ਧੀ ਚੰਗੇਰੜੀ, ਪਰ ਘਰ ਜਾਏ ਵਸਾਏ ਨਾ ਆਈ। ਉਹ ਕਹਿੰਦੀ ਇਧਰੋਂ ਚੰਗਾ ਸੀ ਮੇਰੇ ਘਰ ਧੀ ਜਨਮ ਲੈ ਲੈਂਦੀ, ਘੱਟੋ ਘੱਟ ਪਰਾਇਆ ਘਰ ਵਸਾਉਂਦੀ, ਹੋ ਸਕਦਾ ਉਹਦੀ ਕੁੱਖ ਤੋਂ ਸੰਤ ਭਗਤ ਕੋਈ ਸੂਰਮਾ ਕੋਈ ਗੁਰਮੁਖ ਜਨਮ ਲੈ ਲੈਂਦਾ। ਸਵਾਲ ਕਰਨ ਵਾਲਾ ਫਿਰ ਨਹੀਂ ਰੁਕਿਆ, ਉਹਨੇ ਫਿਰ ਸਵਾਲ ਕਰ ਦਿੱਤਾ, ਕਹਿੰਦਾ ਭਾਈ ਸਾਹਿਬ ਮੰਨ ਲਓ ਧੀ ਵੀ ਇੱਕ ਧੀ ਪੈਦਾ ਹੋ ਜਾਂਦੀ ਤੇ ਫਿਰ? ਤੇ ਭਾਈ ਗੁਰਦਾਸ ਜੀ ਵਰਗਾ ਜਵਾਬ ਦੇਣ ਵਾਲਾ ਕਹਿ ਲੱਗੇ ਫਿਰ ਮਾਂ ਕਹਿੰਦੀ ਇੱਕ ਧੀਓ ਸੱਪ ਸਤਾਰ ਥਾ, ਜਾਓ ਜਨੇਂਦੀ ਜੜ ਜੜ ਖਾਈ। ਉਹ ਕਹਿੰਦੀ ਇਹਦੋਂ ਚੰਗਾ ਸੀ ਮੇਰੇ ਘਰ ਸਪਣੀ ਜਨਮ ਲੈ ਲੈਂਦੀ, ਆਖੋ ਸਤਨਾਮ। ਤੇ ਸਵਾਲ ਕਰਨ ਵਾਲਾ ਫਿਰ ਨਹੀਂ ਰੁਕਿਆ। ਉਹ ਕਹਿੰਦਾ ਭਾਈ ਗੁਰਦਾਸ ਸਾਹਿਬ ਸਪਣੀ ਤੇ ਉਹਨਾਂ ਤੋਂ ਵੀ ਮਾੜੀ ਹੈ। ਉਹ ਕਹਿੰਦੇ ਕਿਵੇਂ? ਕਹਿ ਲੱਗੇ ਦੇਖੋ ਜੀ ਸਪਣੀ ਜਦੋਂ ਬੱਚੇ ਦਿੰਦੀ ਹੈ, ਆਂਡੇ ਦਿੰਦੀ, ਆਂਡਿਆਂ ਤੇ ਬੈਠਦੀ ਹੈ, ਆਂਡੇ ਦੇ ਵਿੱਚੋਂ ਬੱਚਾ ਨਿਕਲਦਾ ਤੇ ਜੰਮਦੇ ਨੂੰ ਖਾ ਜਾਂਦੀ ਹੈ। ਤੇ ਜਿਹੜੀ ਮਾਂ ਆਪਣੇ ਬੱਚੇ ਨੂੰ ਖਾ ਜਾਵੇ, ਸਾਡਾ ਸਮਾਜ ਉਹਨੂੰ ਡੈਣ ਕਹਿੰਦਾ ਹੈ। ਇਸ ਕਰਕੇ ਉਹ ਸਪਣੀ ਤੇ ਡੈਣ ਹੋਈ ਨਾ ਜਿਹਨੇ ਜੰਮਦੇ ਬੱਚੇ ਨੂੰ ਖਾ ਲਿਆ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਹਾਂ ਹੈ ਤੇ ਡੈਣ ਹੈ, ਪਰ ਯਾਦ ਰੱਖੀ ਮਾਂ ਡੈਣ ਧਨ ਧਨ ਹੈ, ਕਪਟੀ ਪੁੱਤਰ ਖਾਏ ਅਗਾਈ। ਕਹਿਣ ਲੱਗੇ ਉਹਨੂੰ ਪਤਾ ਹੈ ਮੇਰੇ ਪੁੱਤ ਨੂੰ ਕਿਸੇ ਨੇ ਦੁੱਧ ਵੀ ਪਿਆਇਆ ਤੇ ਉਹਨੂੰ ਵੀ ਡੰਗ ਮਾਰਨਾ ਹੈ, ਇਹ ਕਿਸੇ ਦਾ ਬਣ ਨਹੀਂ ਸਕਦਾ। ਇਸ ਕਰਕੇ ਕਪਟੀ ਪੁੱਤ ਨੂੰ ਜੰਮਦਿਆਂ ਖਾ ਗਈ। ਇਸ ਕਰਕੇ ਭਾਵੇਂ ਮਾਂ ਡੈਣ ਹੈ ਧਨਤਾ ਦੇ ਜ਼ਰੂਰ ਹੈ। ਸਤਿਗੁਰ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਅੰਦਰ ਉਹਨਾਂ ਦਾ ਵੀ ਜ਼ਿਕਰ ਕੀਤਾ, ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ। ਸਤਿਗੁਰੂ ਗੁਰੂ ਹਰਿ ਸਾਹਿਬ ਨੇ ਉਹਨਾਂ ਮਾਵਾਂ ਦੇ ਵਾਸਤੇ ਪੂਰਨੇ ਪਾਏ ਕਿ ਜਿਹੜੀ ਮਾਂ ਚੰਗੀ ਔਲਾਦ ਪੈਦਾ ਕਰਨੀ ਚਾਹੁੰਦੀ ਹੈ। ਤੇ ਮਾਤਾ ਕ੍ਰਿਸ਼ਨ ਕੌਰ ਜੀ ਪਹਿਰ ਰਾਤ ਰਹਿੰਦੀਆਂ ਉੱਠਦੇ, ਉੱਠ ਕੇ ਇਸ਼ਨਾਨ ਕਰਦੇ। ਦਮਦਮੀ ਟਕਸਾਲ ਦੀ ਪੋਥੀ ਹੈ ਗੁਰਮਤਿ ਚਾਨਣ, ਸੰਤ ਹਰੀ ਸਿੰਘ ਰੰਧਾਵੇ ਵਾਲੇ ਮਹਾਂਪੁਰਖਾਂ ਦੀ ਲਿਖੀ ਹੋਈ ਹੈ। ਪੜ੍ਹਨ ਵਾਲੀ ਹੈ ਦਸਾਂ ਗੁਰੂ ਸਾਹਿਬਾਂ ਦਾ ਜੀਵਨ, ਗੁਰਪ੍ਰਕਾਸ਼ ਜੀਵਨ। ਉਹ ਵਧੀਆ, ਉਹਦੇ ਵਿੱਚ ਬੜੀ ਗ੍ਰੰਥਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਗਿਆ। ਜੇ ਦਸਾਂ ਗੁਰੂਆਂ ਦਾ ਜੀਵਨ ਪੜ੍ਹਦਾ ਹੋਵੇ, ਬੜੀ ਵਧੀਆ ਉਹਦੇ ਵਿੱਚ ਪ੍ਰਮਾਣ ਦਿੱਤੇ ਗਏ। ਹੁਣ ਮਾਤਾ ਜੀ ਸਵੇਰੇ ਉੱਠ ਕੇ ਜਦੋਂ ਬਾਣੀ ਪੜ੍ਹਨ ਤੋਂ ਬਾਅਦ ਅਰਦਾਸ ਕੀ ਕਰਦੇ? ਸਤਿਗੁਰੂ ਪਾਤਸ਼ਾਹ
मेरे घर जेड़ा पुत्र पैदा होवे गुरु नानक के सिद्धांत ते चलन वाला पैदा होवे। मेरे घर जेड़ा बच्चा पैदा होवे वो गुरु नानक के घर दा आज्ञाकारी होवे। मेरे घर विच जेड़ी औलाद पैदा होवे वो गुरु नानक साहिब के मार्ग ते चलदा होवे। मैं कई बारी एक बेनती हाथ जोड़ के करदा हुंदा है, ਅਸੀਂ ਜਦੋਂ ਬੱਚੇ ਦਾ ਨਾਮ ਰਖਾਉਣੇ ਆ ਤੇ ਗੁਰੂ ਗ੍ਰੰਥ ਸਾਹਿਬ ਤੋਂ ਰਖਾਉਣੇ ਆ, ਉਦੋਂ ਹੁਕਮਨਾਮਾ ਲਈਦਾ ਹੈ, ਪਹਿਲੇ ਸ਼ਬਦ ਤੇ ਅਸੀਂ ਨਾਮ ਰੱਖਿਆ। ਪਰ ਕਿੰਨੇ ਕੁ ਮਾਪੇ ਆ ਜਿਨ੍ਹਾਂ ਨੇ ਬਾਅਦ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੋਵੇ, ਸੱਚੇ ਪਾਤਸ਼ਾਹ ਤੇਰੇ ਕੋਲੋਂ ਹੁਕਮਨਾਮਾ ਲੈ ਕੇ ਇਸ ਬੱਚੇ ਦਾ ਨਾਮ ਰੱਖਿਆ ਹੈ, ਰੱਖੀ ਹੋਏ ਨਾਮ ਦੀ ਇੱਜ਼ਤ ਵੀ ਤੂੰ ਰੱਖੀ। ਕਦੀ ਕੀਤੀ ਅਰਦਾਸ ਬਾਅਦ ਵਿੱਚ? ਅਸੀਂ ਨਹੀਂ ਕਦੀ ਕਰਦੇ, ਭੁੱਲ ਜਾਂਦੇ ਆ। याद रखियो माता ने ये अरदास करने की जांच दसी है। समा आया 1656 का 7 जुलाई 1656 को कीरतपुर साहिब की धरती के उपर श्री गुरु हरकृष्ण साहिब महाराज जी का प्रकाश होया। हाले थोड़े समय के सन कि कुछ संगतां आईयां दूरों, धन गुरु हरकृष्ण साहिब महाराज जी के दर्शन दीदारे कीते। उन्हां दे विच एक गुरमुख रूप सी। वो धन गुरु हरकृष्ण साहिब महाराज जी के कोल गए, महाराज कल को असीं वापस चले जाना है, बड़े लंबे पैंडे तो आए हैं, बड़े सालों के बाद आए हैं, पता नहीं हुण कदों सबब बने इत्थे आउण दा। साधन नहीं सी उदों कोल। सतगुरु पातशाह जी ते नहीं करदा, वचन वड्डा है, पर दिल भी करदा है आप जी नाल साझा कर लवां। धन गुरु हरकृष्ण साहिब कहण लगे दसो, कहण लगा महाराज पता नहीं इत्थे बाद विच आया जावे कि ना, इन्हां दो गुरु पुत्रां दे विचों आउण वाला गुरु किहड़ा होवेगा। सतगुरु गुरु हरकृष्ण साहिब सच्चे पातशाह महाराज पहलां ते शांत रह कहण लगे, गुरमुखा के वचन ते गुप्त रखण वाला है, पर तेरी भावना देख के असीं तैनूं कहने कल को जदों दोवें साहिबजादे बाणी पढ़दे होए उदों तूं आवी एक सूई लैके जिहड़े पीढ़े ते उन्हां ने पोथी साहिब प्रकाश कीती है, जिहड़े पीढ़ी के पावे विच सूई खुभ जाएगी, समझ लवी आउण वाला गुरु यह होवेगा। सच जाणियो असल विच गुरु ने इहदे विच दो सिद्धांत प्रगट कीते। अज ना थोड़ी बुद्धि वाले असीं गुरु ते बड़ी छेती किंतु करदे जी। पंडित लाल चंद ने भी किंतु कीता सी, विद्या जादी सी उहदे कोल, पर सज्जू ने किंतु नहीं सी कीता। उन्होंने गुरु के उपर भरोसा है। याद रखो जिहड़ा गुरु ते भरोसा रखदा है उन्होंने गुरु ज्ञानवान कर दिंदा है, ते जिहड़ा बंदा ज्ञानवान होके हंकारी हो जावे वो सज्जू दे वांगू उन्होंने सिर झुकाउणा पैंदा है। अज किताबां पढ़ के असीं ज्ञानी बने हैं। याद रखियो ज्ञान किताबां दा विषय नहीं है। जे किताबां दे विचों ज्ञान प्राप्त हो के वड्डा बनना हुंदा ते बाबे राम राय ने बड़ियां पढ़ियां सी। 1400 अलमाओ औरंगजेब दा उहदे सामने सिर नवा गया है। याद रखियो कि ज्ञान गुरु की बख्शिश है। जिन्नी देर असीं गुरु बख्शिश के पात्र नहीं बनते, जे कल्ला पढ़ के विद्वान बनना हुंदा ते कई ऐसे गुरमुख प्यारे है उन्हां नूं 60 साल अखंड पाठ साहिब करदियां भी लंघ जांदी है। सारा सारा गुरु ग्रंथ साहिब भी याद हो जाता है, फिर ते बदे मुक्त हो जाना चाहिए। एक कमाई का विषय जिन्नी देर तक असीं कमाउंदे नहीं शब्द नूं अपने जीवन में लागू नहीं करते, याद रखियो गुरमुखो असल विच असीं समझ कुछ होर बैठे, गुरु ने समझाया कुछ होर सी। वो गुरमुख प्यारा आया सिद्धांत जिहड़े मैं दो कहन लगा है वो आप जी के सामने ये प्रतੱਖ सबूत होना है। अगले दिन गुरमुख प्यारा आया है, पहला वो बाबे राम राय के कोल गया, बाणी पढ़ते पे ने, कोल बैठ के बाणी नूं सुनिया, आनंद आया। फिर उन्होंने वो सूई लैके जो पीढ़ी दे विच खुबोई नहीं खुबी, गुरु हरकृष्ण साहिब महाराज के कोल गए। छोटी उम्र है, हाले तोतली जबान है, पर रस बड़ा है। भेज के गुरु की बाणी नूं पढ़ते पे ने। ते याद रखियो गुरमुखो जिहड़ा सज्जन भेज के गुरु की बाणी पढ़दा होवे, गुरु के शब्द दे नाल जिहड़ा किते जुड़ जावे, जिन्हों रस आ जावे, इत्थे पत्थर भी पिघल जाते हैं, पत्थर भी मोम हो जाते हैं। गुरु की बाणी विच एडी वड्डी ताकत है, पर सानू किते गुरु की बाणी पढ़नी ते सुननी आउंदी होवे। गुरु बाबे ने एवें नहीं कहा गा भी है, पहला तो तेनों गाउणा आउंदा होवे कि गुरु के शब्द नूं गाउणा किवें है। फिर भड़िया इत्थे आके सुन दी जाच सीखी,
ਜਿਹੜਾ ਗਾਵੇ ਉਹਨੂੰ ਸੁਣਿਆ ਵੀ ਹੈ, ਅਸੀਂ ਗਾਇਆ ਜ਼ਰੂਰ ਪਰ ਸੁਣਿਆ ਨਹੀਂ, ਪੜ੍ਹਿਆ ਜ਼ਰੂਰ ਹੈ ਪਰ ਸੁਣਿਆ ਕੋਈ ਨਹੀਂ। ਪਰ ਮੇਰੇ ਗੁਰੂ ਬਾਬੇ ਦਾ ਸਿਧਾਂਤ ਹੈ, ਭਰਿਆ ਕਿ ਇੱਥੇ ਆ ਕੇ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਧ ਦੇ। ਪਰ ਯਾਦ ਰੱਖਿਓ ਜਗ ਮੈਂ ਉਤਮ ਕਾਢੀ ਹੈ ਵਿਰਲੇ ਕੇ, ਇਹ ਸੋਝੀ ਕਿਸੇ ਵਿਰਲੇ ਨੂੰ ਹੈ, ਕਿਸੇ ਵਿਰਲੇ ਤੇ ਬਖਸ਼ਿਸ਼। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕੋਲ ਜਦੋਂ ਗਿਆ, ਸਾਹਿਬਜ਼ਾਦੇ ਦੇ ਕੋਲ, ਚੇਤਾ ਹੀ ਭੁੱਲ ਗਿਆ ਕਿ ਮੈਂ ਕਿਹੜੇ ਕੰਮ ਵਾਸਤੇ ਆਇਆ ਸੀ। ਇੰਨੀ ਮਿੱਠੀ ਸੁਰ ਦੇ ਵਿੱਚ, ਆਵਾਜ਼ ਵਿੱਚ ਬਾਣੀ ਪੈ ਪੜ੍ਹਦੇ ਨੇ। ਫਿਰ ਜਦੋਂ ਖਿਆਲ ਆਇਆ, ਉੱਠੇ, ਨਮਸਕਾਰ ਕੀਤੀ। ਜਦੋਂ ਪੀੜੀ ਦੇ ਪਾਵੇ ਵਿੱਚ ਸੂਈ ਖੁਭੋਈ ਤੇ ਇਉਂ ਖੁੱਭ ਗਈ ਜਿਵੇਂ ਮੋਮ ਦੇ ਵਿੱਚ ਖੁੱਭ ਜਾਂਦੀ ਹੈ। ਉਸ ਗੁਰਮੁਖ ਪਿਆਰੇ ਦਾ ਦਿਲ ਵੀ ਮੋਮ ਹੋ ਗਿਆ ਗੁਰੂ ਦੀ ਬਾਣੀ ਸੁਣ ਕੇ। ਸੱਚੀ ਗੁਰੂ ਦੀ ਬਾਣੀ ਇੱਥੇ ਹਿਰਦੇ ਪੱਥਰ ਹੋਏ ਹੋਣ। ਜਦੋਂ ਅਸੀਂ ਗੁਰੂ ਸ਼ਬਦ ਨਾਲ ਜੁੜਦੇ ਹਾਂ ਨਾ, ਤੇ ਪੱਥਰ ਹਿਰਦਿਆਂ ਨੂੰ ਵੀ ਗੁਰੂ ਦੀ ਬਾਣੀ ਸ਼ਾਂਤ ਕਰ ਦਿੰਦੀ ਹੈ। ਸਿਰ ਝੁਕਾਇਆ, ਗੁਰੂ ਹਰਿ ਸਾਹਿਬ ਜੀ ਨੂੰ ਆ ਕੇ ਸਾਰੀ ਗੱਲ ਦੱਸੀ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾ ਗੁਪਤ ਰੱਖੀ। ਇਹ ਗੁਰੂ ਦਾ ਸਿੱਖ ਵਾਪਸ ਚਲੇ ਗਿਆ। ਔਰੰਗਜ਼ੇਬ ਦੇ ਵੱਲੋਂ ਖਤ ਆਉਂਦਾ ਹੈ ਕਿ ਕੁਝ ਗੁਰੂ ਘਰ ਦੀਆਂ ਸ਼ਿਕਾਇਤਾਂ ਆਈਆਂ, ਇਸ ਕਰਕੇ ਉਹਦੇ ਜਵਾਬ ਚਾਹੀਦੇ ਹੈ। ਬਾਬਾ ਰਾਮ ਰਾਏ ਨੂੰ ਭੇਜਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਕਿਹਾ ਇੱਕ ਰੁਮਾਲ ਦਿੱਤਾ ਹੈ। ਹੁਣ ਇੱਥੇ ਫਿਰ ਅਸੀਂ ਭੁਲੇਖਾ ਖਾ ਗਏ, ਕਿਉਂਕਿ ਸਾਨੂੰ ਇਹ ਸਾਖੀ ਸੁਣਾ ਕੇ ਕਹਿ ਦਿੱਤਾ ਜੀ ਕਦੇ ਰੁਮਾਲ ਦੇ ਵਿੱਚ ਵੀ ਬਖਸ਼ਿਸ਼ ਹੁੰਦੀ ਹੈ। ਨਹੀਂ ਗੁਰਮੁਖੋ, ਰੁਮਾਲ ਦੇ ਕੇ ਗੁਰੂ ਹਰਿ ਸਾਹਿਬ ਨੇ ਇੱਕ ਵਚਨ ਕੀਤਾ ਸੀ, ਰਾਮ ਰਾਏ ਆ ਰੁਮਾਲ ਰਹਿ ਜਾ, ਗੁਰੂ ਨਾਨਕ ਦੇ ਘਰ ਦਾ ਚੇਤਾ ਰੱਖੀ। ਆਪਾਂ ਕਈ ਵਾਰੀ ਬਾਜ਼ਾਰ ਜਾਈਏ ਨਾ ਤੇ ਸਮਾਨ ਪਰਚੀ ਲਿਖ ਲਈਦੀ ਹੈ ਕਿ ਚੇਤਾ ਨਾ ਭੁੱਲ ਜਾਵੇ, ਜਾਂ ਕੋਈ ਨਿਸ਼ਾਨੀ ਲਾ ਲਈਦੀ ਹੈ ਚੇਤਾ ਨਾ ਭੁੱਲੇ। ਗੁਰੂ ਸਾਹਿਬ ਨੇ ਰੁਮਾਲ ਦਿੱਤਾ ਸੀ, ਇਹ ਰੁਮਾਲ ਦਾ ਚੇਤਾ ਰੱਖੀ। ਜਦੋਂ ਰੁਮਾਲ ਪਕੜਿਆ ਕਰੇਗਾ ਤੈਨੂੰ ਚੇਤਾ ਆ ਜਾਇਆ ਕਰੇਗਾ। ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਨੀਵਾ ਰਹਿ ਕੇ ਜਵਾਬ ਦਿੰਦਾ ਹੈ, ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਉਹਦੇ ਤੇ ਬੜੀਆਂ ਰਹਿੰਦੀਆਂ। ਗੁਰੂ ਨਾਨਕ ਦਾ ਘਰ ਹੈ ਦੁਖੀਆਂ ਦਾ ਆਸ਼ਿਆਨਾ, ਮਿਹਰਾਂ ਮੁਹੱਬਤਾਂ ਦਾ ਭਰਿਆ ਪਿਆ ਹੈ ਖਜ਼ਾਨਾ। ਝੁਕਣਾ ਹੈ ਪੈਂਦਾ ਇੱਥੇ ਰਾਜੇ ਤੇ ਰਾਣੀਆਂ ਨੂੰ, ਮਿਲਦਾ ਹੈ ਮਾਣ ਇੱਥੇ ਨੀਵੇਂ ਨਿਮਾਣਿਆਂ ਨੂੰ। ਨਾਗਾਂ ਦੀ ਆਤਮਾ ਨੂੰ ਆਣੇ ਸਰੂਰ ਇੱਥੇ, ਕਾਲਕ ਦਿਲਾਂ ਦੀਆਂ ਧੋਵੇ ਨਾਨਕ ਦਾ ਨੂਰ ਇੱਥੇ। ਇੱਥੇ ਬਖਸ਼ਿਸ਼ਾਂ ਉਹਨਾਂ ਨੂੰ ਮਿਲਦੀਆਂ ਜਿਹੜੇ ਨੀਵੇਂ ਹੋ ਕੇ ਚੱਲਦੇ ਆ। ਆ ਕੜਾ ਹੈ ਨਾ, ਇਹ ਕੜਾ ਸਾਨੂੰ ਇੱਕ ਚੇਤਾ ਕਰਾਉਂਦਾ ਹੈ ਕਿਸੇ ਦਾ ਮਾੜਾ ਕਰਨ ਲੱਗੇ, ਕਿਸੇ ਨਾਲ ਠੱਗੀ ਮਾਰਨ ਲੱਗੇ ਹੈ। ਇਹ ਹੱਥ ਜਦੋਂ ਅੱਗੇ ਜਾਵੇਗਾ ਚੇਤਾ ਆਵੇਗਾ ਗੁਰੂ ਗੋਬਿੰਦ ਸਿੰਘ ਦਾ ਕੜਾ ਪਾਇਆ। ਇਸੇ ਤਰ੍ਹਾਂ ਰੁਮਾਲ ਇੱਕ ਬਖਸ਼ਿਸ਼ ਸੀ। ਰਾਮ ਰਾਏ ਇਹ ਰੁਮਾਲ ਲੈ ਜਾ, ਗੁਰੂ ਨਾਨਕ ਦੇ ਘਰ ਦਾ ਖਿਆਲ ਰੱਖੀ। ਬਾਬਾ ਰਾਮ ਰਾਏ ਜੀ ਦਿੱਲੀ ਜਾਂਦੇ ਹੈ, ਹਰ ਸਵਾਲ ਦਾ ਜਵਾਬ ਦਿੱਤਾ ਜਾਂਦਾ ਹੈ। 1400 ਵਿਦਵਾਨ ਜਿਹੜੇ ਔਰੰਗਜ਼ੇਬ ਦੇ ਨਾਲ ਮੌਜੂਦ ਰਹਿੰਦੇ ਹੈ, ਸਾਰਿਆਂ ਨੂੰ ਨਿਰਪੁੱਤਰ ਕਰ ਦਿੱਤਾ। ਬਾਬੇ ਰਾਮ ਰਾਏ ਦਾ ਆਸਣ ਉੱਚੀ ਜਗ੍ਹਾ ਤੇ ਲੱਗ ਗਿਆ ਹੈ, ਸਾਰਿਆਂ ਤੋਂ ਉੱਚਿਆਂ ਬਿਠਾਇਆ ਜਾਂਦਾ ਹੈ। ਔਰੰਗਜ਼ੇਬ ਦੇ ਘਰ ਦੇ ਵਿੱਚੋਂ ਬਖਸ਼ਿਸ਼ਾਂ ਜਿਹੜੀਆਂ ਸੀ ਮਿਲਣੀਆਂ ਸ਼ੁਰੂ ਹੋ ਗਈਆਂ। ਚੰਗੇ ਵਧੀਆ ਵਸਤਰ ਪਾਉਣੇ ਸ਼ੁਰੂ ਹੋ ਗਏ, ਨਾਲ ਸੇਵਾਦਾਰ ਮਿਲ ਗਏ। ਜਿਵੇਂ ਅੱਜ ਬਾਬਿਆਂ ਨੂੰ ਜੱਟ ਸਿਕਿਉਰਿਟੀ ਮਿਲ ਜਾਂਦੀ ਹੈ ਤੇ ਉਹ ਭੁੱਲ ਜਾਂਦੇ ਆ ਸਾਰਾ ਕੁਝ। ਯਾਦ ਰੱਖਿਓ ਬਾਬਾ ਰਾਮ ਰਾਏ ਭੁੱਲ ਗਿਆ ਸਾਰਾ ਕੁਝ। ਮੈਂ ਇੱਕ ਮਹਾਤਮਾ ਦਾ ਬਚਨ ਪੜ੍ਹਦਾ ਪਿਆ ਸੀ, ਮਾਫ ਕਰਿਓ ਥੋੜਾ ਜਿਹਾ ਇਤਿਹਾਸ ਚੋਂ ਬਾਹਰ ਚੱਲੀਏ ਇਸ ਕਰਕੇ ਕਿ ਸਮਝ ਪੈ ਜਾਵੇ। ਕਹਿੰਦੇ ਉਸ ਮਹਾਤਮਾ ਨੇ 5-7 ਚੇਲੇ ਉਹਦੇ ਨਾਲ, ਤੇ ਚੇਲੇ ਜਿਹੜੇ ਸੀ ਉਹ ਮਹਾਤਮਾ ਤੋਂ ਵੱਧ ਟੌਰ ਕੱਢ ਕੇ ਰੱਖਦੇ ਆ। ਚੰਗੇ ਸੋਹਣੇ ਚੋਲੇ ਪਾ ਕੇ ਰੱਖਣੇ, ਸੋਹਣੀਆਂ ਦਸਤਾਰਾਂ ਬੰਨ੍ਹ ਕੇ ਰੱਖਣੀਆਂ। ਉਹਨਾਂ ਮਹਾਤਮਾ ਨੂੰ ਲੋਕਾਂ ਨੇ ਮੱਥਾ ਨਾ ਟੇਕਣਾ ਜਿੰਨਾ ਚੇਲਿਆਂ ਨੂੰ ਟੇਕਣਾ, ਤੇ ਚੇਲਿਆਂ ਵੀ ਮੁੱਛਾਂ ਨੂੰ ਵੱਟ ਚੜਾ ਕੇ ਨਾ ਫਿਰਨਾ ਵੀ ਲੈ ਸਾਡਾ ਤੇ ਟੌਰ ਹੈ। ਮਹਾਤਮਾ ਨੇ ਕਿਹਾ ਵੀ ਗੱਲ ਬੜੀ ਹੈ, ਇਹ ਆਏ ਕੁਝ ਸਿੱਖਣ ਵਾਸਤੇ ਸੀ ਪਰ ਇੱਥੇ ਹੰਕਾਰੀ ਹੋ ਕੇ ਬੈਠ ਗਏ। ਕਹਿੰਦੇ ਮਹਾਤਮਾ ਨੇ ਕੀ ਕੀਤਾ, ਇੱਕ ਗਧੇ ਨੂੰ ਨਦੀ ਦੇ ਵਿੱਚ ਵਾੜਿਆ ਤੇ ਧੋਣ ਲੱਗ ਪਿਆ। ਉਹ ਕਹਿੰਦੇ ਮਹਾਤਮਾ ਜੀ ਕੀ ਕਰ ਰਹੇ ਜੀ? ਕਹਿੰਦਾ ਇਹ ਗਧੇ ਨੂੰ ਗੰਗਾ ਵਿੱਚ ਨਵਾ ਕੇ ਗਊ ਬਣਾਉਣ ਲੱਗਾ। ਕਹਿੰਦੇ ਹੱਦ ਹੋ ਗਈ ਹੈ, ਕਦੀ ਗੰਗਾ ਦੇ ਪਾਣੀ ਨਾਲ ਗਧਾ ਵੀ ਗਊ ਬਣਿਆ? ਕਹਿੰਦਾ ਨਹੀਂ, ਮੈਨੂੰ ਨਵਾ ਕੇ ਫਿਰ ਇਹਦੇ ਮੱਥੇ ਤੇ ਟਿੱਕਾ ਲਾ ਦੇਵਾਂਗਾ। ਕਹਿੰਦੇ ਜੀ ਰਹਿਣਾ ਫਿਰ ਵੀ ਗਧਾ ਹੀ ਹੈ। ਕਹਿੰਦਾ ਮੈਂ ਇਹਦੇ ਸਾਰੇ ਸਰੀਰ ਤੇ ਲਿਖ ਦੇਵਾਂਗਾ ਕਾਮ ਧੇਨ ਗਊ। ਕਹਿੰਦੇ ਜੀ ਫਿਰ ਵੀ ਗਧਾ ਰਹੇਗਾ। ਕਹਿੰਦਾ ਇਹੀ ਤੇ ਤੁਹਾਨੂੰ ਸਮਝਾ ਰਿਹਾ ਹੈ, ਬਾਣੀ ਪਾਉਣ ਦੇ ਨਾਲ ਸੰਤ ਨਹੀਂ, ਤੁਸੀਂ ਗਧੇ ਹੀ ਰਹਿਣਾ ਹੈ। ਸੰਤ ਅੰਦਰ ਦੇ ਗਿਆਨ ਨਾਲ ਬਣਨਾ ਹੈ।
जिन्नी देर तक सुरत शब्द विच नहीं जुड़ती, अज बाबा राम राय गुरु नानक के घर दीयां बख्शिशां नूं भुल गए। कोल माया आ गई है, धन दौलत आ गई है, दिल्ली की संगत ने बड़ी बड़ी महानता दे दी, गुरु का साहिबजादा बड़ियां बख्शिशां दा मालक है, ते बाबा राम राय हंकारी हो गया ते हर जीओ नूं हंकार चंगा नहीं लगता। सवाल आ गया उत्थे कि मिट्टी मुसलमान की पेड़े पे घुमियार। जदों ये सवाल बाबा राम राय दे अगे रखिया गया, हुण अपनी ज्ञान जिहड़ा सी वो अगे आ गया, अपनी अकल अगे कीती है। जिवें अज दा मेरे वर्गा विद्वान स्टेज ते बह के खांदा भी गुरु का है, बख्शिशां भी गुरु कीआं ते निंददा भी गुरु नहीं है। ये साडे हालात बन गए। असीं उन्हां नूं मोटियां रकमां भी दिंदे हैं, असीं उन्हां दे नां ते जकारे भी छड्डदे हैं, पर सानू सिद्धांत नूं तोड़ के रखिया। एक गल हमेशा समझ के चलियो गुरमुखो, गुरु नानक दे घर दे विच जिन्नी देर तक विश्वास नहीं, उन्नी देर तक तुसीं कुछ भी प्राप्त नहीं कर सकते। ये तर्क का विषय नहीं गा। असीं हर गल ते तर्कवादी हाँ, तर्कवादी उदों बणिओ जदों तुसीं कुछ ज्ञान प्राप्त कर लवोगे। जदों साडी हालात पता किदां दे है, आप ना दे चूरू भर पानी ते निंदे जे गंगा आंदी। असीं निंदिया उन्हां दी करदे हां जिन्हां ने बड़ियां कमाईयां कीतीआं ने ते साडे पल्ले ते कख भी नहीं गा। बाबा राम राय ने कह दिता, कह लगा नहीं एक कवि ने गलत लिख दिता, लेखक की गलती है, असल में मिट्टी फेरी मार की है। याद रखियो, तीसरे पातशाह गुरु अमरदास साहिब जी गोविंदवाल साहिब की धरती ते बैठते हैं, उन्हां दे सीने विच बाबा दातू जी लत मारदे हैं, पर धन गुरु अमरदास सच्चे पातशाह महाराज जी ने उन्हां दा चरण घुटना शुरू कर दिता। उन्होंने सी तक नहीं की, कोई दुख नहीं बनाया, कोई बाबे दातू नूं श्राप नहीं दिता। हुण इत्थे एक गल प्रतख है, इसका मतलब शरीर गुरु नहीं है, शरीर ते लत वजदी है, पर उन्होंने कोई श्राप नहीं, सगों उल्टा बाबे दातू दा लत घुटनी शुरू कर दी। पर जिधर 13 साल के पुत ने गुरु की बाणी का शब्द केवल मूँह जबानी बदलिया, गुरु हरराय साहिब जी नूं पता लगदा है, उन्होंने नाल ही कह दिता कि अज तो गुरु घर नहीं बढ़ना चाहिए, जिहड़े पासे मूँह उसे पासे चले जाए। केवल मूँह जबानी शब्द बदलिया, लिखत दे विच नहीं। मूँह जबानी शब्द बदलने उपर गुरु घर दे विचों उहनूं छेकिया जांदा है ते नाल कहा जांदा जिहड़ा राम राय नूं मत्था टेकेगा, जिहड़ा राम राय की पूजा करेगा, वो साडा सिख नहीं होवेगा। देखो, जे शरीर ते लत वजदी है तो गुरु पातशाह कोई गुस्सा नहीं करते, पर जे गुरु की बाणी का शब्द बदलिया जाता है, 13 साल के पुत नूं घर दे विचों कढ दिता जाता है। इधर के बख्शिश के पात्र समा आउंदा है 1661 का। धन श्री गुरु हरकृष्ण साहिब महाराज जी ने बाबा बुढ़ा साहिब के पोतरे भाई गुरदित्ता जी वो अरदास करते हैं ते गुरता गद्दी की रस्म जी सारी के करके धन श्री गुरु हरकृष्ण साहिब नूं गुरता गद्दी ते सभाएमान किया जाता है। गुरु हरकृष्ण साहिब जी जदों गुरता गद्दी ते बैठते थे, इत्थे शंकावादियों ने शंका खड़ी कर दी है। हुण शंका की सी, जिहड़े बहुत ही सियाणे पुरुष सी ना, जिवें अज दे कई बड़े बड़े सियाणे बनते हैं, उन्होंने शंका कर ली। देखो जी, गुरु साहिब ने बाणी विच कहा है कि नाल इयाणे दोस्ती कदे ना आवे रास, ते आ छोटी जी उम्र 4.5 पौने 5 साल की उम्र इहनूं गुरता गद्दी दे दित्ती है, किवें जिम्मेवारी निभावेगा? परख करनी चाहिए है। गुरु हरकृष्ण साहिब महाराज जी की पालकी आ रही है, एक कोड़ी नूं सिखाया गया है, वो पालकी दे अगे आके हिट गया। महाराज साहिब की पालकी रोकी गई, पूछा की गल है? पातशाह एक कोड़ी है। सतगुरां क्या पालकी नूं थल्ले उतार। गुरु हरकृष्ण साहिब जी बाला प्रीतम पालकी दे विचों उतरे। देखो, असीं भाई साहब ने भी शब्द पढ़िया ते अरदास विच भी शब्द पढ़ते हैं, श्री हरकृष्ण ध्याईਐ जिस डिठै सब दुख जाए। दो शब्द वरते दे विच, एक ध्याईਐ ते एक डिठै। याद रखियो, पहला ध्याउणा है। ध्याउण का अर्थ है गुरु के सिद्धांत ते चलना।
गुरु के दसे मार्ग ते चलना, गुरु के दसे हुए उन्हां गुणां नूं जिंदगी विच लागू करना। ते याद रखी जदों गुरु के गुणां नूं लागू विच कर लवेगा, सामने गुरु का प्रतख दीदारा होवेगा, तेनों जिंदगी च कदे कोई दुख नहीं लगेगा। शरीर करके बेशक जिन्ने मर्जी रोग लग जाण, तेनों गुरु मन करके इन्ना क तकड़ियां कर देवेगा, भावें बंद बंद भी कटिया जाए फिर परवाह कोई नहीं। यह असल विच सिद्धांत ध्यान दा ते देखण दा। असीं देखिया जरूर है पर ध्याया नहीं, पहला ध्याना सी, उहनूं सिमरना सी, उहदे रब्बी गुणां नूं जिंदगी विच लागू करना सी। गुरु हरकृष्ण साहिब महाराज पालकी जो उतरे है, कोड़ी दे कोल गए, उन्हें हाथ जोड़ के कहा महाराज गुरु नानक साहिब ने भी कोड़ियां नूं ठीक कीता है, गुरु अर्जन साहिब ने भी कोड़ियां नूं ठीक कीता है, तुसीं भी ते ओही जोत हो, मेरे ते भी कृपा करो। सतगुर पातशाह ने अपनी कीसे चों रुमाल कढ के ਜਿਹੜੇ ਕੋੜੀ ਦੇ ਨਾਲ ਲੋਕ ਘਿਰਣਾ ਕਰਦੇ ਹੈ, ਜਿਵੇਂ ਕਿਸੇ ਸਮੇਂ ਮਿੱਟ ਦੀ ਪਾਵਨਪੁਰ ਦੀ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਰੁਮਾਲ ਦੇ ਨਾਲ ਜ਼ਖਮ ਸਾਫ਼ ਕੀਤੇ ਸੀ, ਜਿਵੇਂ ਤਰਨਤਾਰਨ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਗੁਰੂ ਅਰਜਨ ਸਾਹਿਬ ਨੇ ਆਪਣੇ ਰੁਮਾਲ ਦੇ ਨਾਲ ਕੋੜੀ ਦੇ ਜ਼ਖਮ ਸਾਫ਼ ਕੀਤੇ ਸੀ। ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵੀ ਆਪਣਾ ਰੁਮਾਲ ਕੱਢਿਆ, ਸਭ ਤੋਂ ਪਹਿਲਾਂ ਉਹਦੇ ਜ਼ਖਮਾਂ ਨੂੰ ਸਾਫ਼ ਕੀਤਾ ਹੈ। ਪਾਤਸ਼ਾਹ ਕਹਿੰਦੇ ਚਲੋ ਇਹਨੂੰ ਡੇਰੇ ਲੈ ਕੇ ਚਲੋ। ਉੱਥੇ ਆ ਕੇ ਉਹਨੂੰ ਨਵਾਇਆ ਸਤਿਗੁਰਾਂ ਨੇ ਆਪ, ਕਿਉਂਕਿ ਗੁਰੂ ਹਰਿਰਾਏ ਸਾਹਿਬ ਦਾ ਬਹੁਤ ਵੱਡਾ ਦਵਾਖਾਨਾ ਸੀ। ਇੱਥੇ ਯਾਦ ਰੱਖਿਓ ਗੁਰੂ ਕਰਾਮਾਤੀ ਵੀ ਹੈ, ਕਿਤੇ ਕੋਈ ਸ਼ੱਕ ਨਹੀਂ। ਮੈਂ ਥੋੜੇ ਦਿਨ ਹੋ ਗਏ ਹੈ ਬਰੇਲੀ ਦੀ ਧਰਤੀ ਤੇ ਉੱਥੇ ਕਥਾ ਕਰਕੇ ਆਇਆ। ਗੁਰੂ ਨਾਨਕ ਸਾਹਿਬ ਦਾ ਪਾਵਨ ਸਥਾਨ ਬਣਿਆ, ਜਿਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਨੂੰ ਗੁਲਾਮਾਂ ਦੀ ਮੰਡੀ ਵਿੱਚ ਵੇਚਿਆ ਗਿਆ ਸੀ। ਉਹ ਸਾਰਾ ਸ਼ਹਿਰ ਜਿਹੜਾ ਇਲਾਕਾ ਸਾਰਾ ਮੁਸਲਮਾਨਾਂ ਦਾ ਹੈ, पर वो सारे मुसलमान गुरु के सिख भी है। उत्थे महाराज साहब ने करामातां भी दिखाई है। असीं कई बारी कहते जी गुरु करामाती नहीं हो सकता, ये कहण दा ना है। नहीं गुरमुखो, गुरु सारा कुछ कर सकता है। जिथे गुरु नूं लोड़ पई उत्थे वो सिद्धांत वरताए है। जिथे लोकां दा मन बदलदा सी गुरु ने बदलिया है। गुरु हरिकृष्ण साहब ने उन्हां नूं डेरे विच लिजा के उन्हां दा इलाज कीता। कुछ गुरु की बख्शिशां हुई, कृपा कटा के अवलोकन कीनो दास का दुख विदारियो। थोड़े समय दे विच ओहदा कोढ़ दा रोग ठीक होया है। सतगुर पातशाह की बख्शिश हुई है। इसी तरह रोपड़ दे रहण वाला एक राजा रामचंद जिहड़ा शाहूकार सी इलाके दा, रोपड़ दे रहण वाला, इहदा काम की सी, इहदे घर विच धीआं जमदियां सी ते जमदी धी नूं मार दिंदा सी। ध्यान दिओ उन्हां समयां विच अल्ट्रासाउंड वालियां मशीनां नहीं सन ते जम्मण तो बाद धी नूं खत्म कीता जांदा सी। इहदे घर विच जदों बच्ची पैदा होनी इहने उहदा गल घुट देना। गुरु हरकृष्ण साहिब नूं दर्शन करन वास्ते एक कीरतपुर दी धरती ते पहुंचदा है। महाराज साहिब कहंदे दरवाजा बंद कर दिओ, अगे नहीं आउणा चाहीदा। वो बाहर खड़ा है, उन्हें बड़ियां मिन्नतां कीतियां। सेवादार ने आके दस्सिया महाराज बहुत सारियां भेटावां लैके आया है, बहुत बड़ा शाहूकार है, रोपड़ शहर का बड़ा बड़ा धनाट है। महाराज कहते नहीं असीं ये जहर नहीं वरतना गुरु के लंगर विच। अजकल ते आपां देखते हैं ना भी पर्ची कट दईए, ये नहीं वेख्या जांदा कि कमाई कित्थों आई है। केवल आपां ये देखते हैं कि बस पैसे आए हैं ते फिर नाल पता शब्द की वरतदे हैं। गुरमुख परिवार ने इन्नी सेवा की। मैं एक बेनती करदे हां, गुरु घर दे विच दान नहीं जे कीता जांदा। ਅਸੀਂ ਕਈ ਵਾਰੀ ਕਹਿੰਦੇ ਫਲਾਨਾ ਦਾਨੀ ਸਿੰਘ ਉਹਨੇ ਗੁਰੂ ਘਰ ਵਾਸਤੇ ਦਾਨ ਕੀਤਾ। ਗੁਰਮੁਖੋ ਅਸੀਂ ਦਾਤੇ ਨੂੰ ਦਾਨ ਨਹੀਂ ਜੇ ਕਰ ਸਕਦੇ, ਉਹ ਦਾਤਾ ਹੈ, ਦੱਦਾ ਦਾਤਾ ਏਕ ਹੈ। ਅਸੀਂ ਉਹਦੇ ਦਿੱਤੇ ਹੋਏ ਦਾਨ ਦੇ ਵਿੱਚੋਂ ਅਸੀਂ ਗੁਰੂ ਕੀ ਸੰਗਤ ਵਾਸਤੇ ਸੇਵਾ ਕਰ ਸਕਦੇ ਹਾਂ। ਪਰ ਜੇ ਕੋਈ ਆ ਕੇ ਇੱਥੇ ਦਾਨੀ ਬਣਦਾ ਯਤਨ ਕਰੇ ਤੇ ਉਹਦੇ ਮਨ ਦਾ ਭੁਲੇਖਾ ਹੈ। ਅਸੀਂ ਗੁਰੂ ਘਰ ਆ ਕੇ ਦਾਨੀ ਨਹੀਂ, ਅਸੀਂ ਮੰਗਤੇ ਹੀ ਹੈ ਤੇ ਸਦਾ ਗੁਰੂ ਦੇ ਕੋਲੋਂ ਮੰਗਣ ਵਾਲੇ ਹੈ। ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ, ਜਿਹਦੇ ਦਰ ਤੋਂ ਹਮੇਸ਼ਾ ਤੋਂ ਲੈ ਰਹੇ ਉਹਨੂੰ ਕਿਵੇਂ ਦਾਨ ਕਰ ਸਕਦੇ ਅਸੀਂ? ਉਹਦੇ ਦਿੱਤੇ ਦਾ ਸ਼ੁਕਰਾਨਾ ਕਰ ਸਕਦੇ। ਸਾਡੀ ਹਾਲਤ ਉਸ ਬੱਚੇ ਵਰਗੀ ਹੈ ਜਿਹਦੇ ਬਾਪ ਨੇ ਬਾਜ਼ਾਰੋਂ ਸੰਤਰਾ ਲਿਆ ਕੇ ਨਾ ਪੁੱਤਰ ਨੂੰ ਦਿੱਤਾ ਹੋਵੇ ਤੇ ਪੁੱਤਰ ਉਹ ਸੰਤਰੇ ਦਾ ਮਾਲਕ ਬਣ ਜਾਂਦਾ ਹੈ। ਜੇ ਬਾਪ ਮੰਗੇ ਨਾ ਤੇ ਉਹ ਇੱਕ ਫਾੜੀ ਦੇ ਕੇ ਕਹਿੰਦਾ ਮੈਂ ਆਪਣੇ ਸੰਤਰੇ ਚੋਂ ਪਿਤਾ ਨੂੰ ਦਿੱਤਾ ਹੈ। ਹਾਲਾਂਕਿ ਲਿਆਂਦਾ ਪਿਤਾ ਨਹੀਂ ਹੈ, ਦਾਤਾਂ ਪਿਤਾ ਦੀਆਂ ਹੀ ਹੈ।
ਦਾਤਾ ਦੇਣ ਵਾਲਾ ਉਹ ਹੈ, ਅਸੀਂ ਕੇਵਲ ਉਹਦੀਆਂ ਦਾਤਾਂ ਨੂੰ ਸਫਲੀਆਂ ਕਰ ਸਕਦੇ ਹਾਂ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਦਾਤਾਂ ਦੀ ਲੋੜ ਨਹੀਂ ਇੱਥੇ। ਉਹਦੇ ਤਰਲੇ ਲੈ ਪਾਤਸ਼ਾਹ, ਮੈਨੂੰ ਜੋ ਕਹੋਗੇ ਮੈਂ ਮੰਨਾਂਗਾ। ਦਰਵਾਜ਼ਾ ਖੋਲਿਆ ਗਿਆ। ਸਤਿਗੁਰ ਪਾਤਸ਼ਾਹ ਕਹਿਣ ਲੱਗੇ, ਅੱਜ ਤੋਂ ਪਰਨ ਕਰ, ਤੂੰ ਕਦੇ ਧੀ ਦਾ ਕਤਲ ਨਹੀਂ ਕਰੇਗਾ। ਗੁਰੂ ਨਾਨਕ ਦਾ ਸਿਧਾਂਤ ਹੈ, ਗੁਰੂ ਨਾਨਕ ਦੇ ਘਰ ਵਿੱਚ ਇਹ ਪੜਾਇਆ ਗਿਆ। ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਉਹਨੇ ਤੋਬਾ ਕੀਤੀ ਕਿ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਬੱਚੀ ਦਾ ਕਤਲ ਨਹੀਂ ਕਰਾਂਗਾ। ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ। ਇਧਰ ਰਾਮ ਰਾਏ ਔਰੰਗਜ਼ੇਬ ਦੇ ਕੋਲ ਰੋਇਆ, ਕਿਉਂਕਿ ਗੁਰਤਾ ਗੱਦੀ ਤੋਂ ਵਾਂਝਾ ਰਹਿ ਗਿਆ ਸੀ। ਇਹਨੇ ਤਰਲੇ ਲਾਏ, ਔਰੰਗਜ਼ੇਬ ਮੈਂ ਤੇਰਾ ਕਰਕੇ ਸਾਰਾ ਕੁਝ ਬਰਬਾਦ ਕਰ ਲਿਆ। ਭਾਵੇਂ ਕਿ ਇਹਨੂੰ ਬਹੁਤ ਸਾਰੀ ਦੂਣ ਦੇ ਇਲਾਕੇ ਵਿੱਚ ਜ਼ਮੀਨ ਵੀ ਦਿੱਤੀ ਗਈ, ਜਿਹਨੇ ਦੇਹਰਾਦੂਨ ਬਣਿਆ ਹੈ ਨਾ, ਉਹ ਇਲਾਕਾ ਜਿਹੜਾ ਸੀ ਸਾਰਾ ਔਰੰਗਜ਼ੇਬ ਨੇ ਦਾਨ ਕੀਤਾ ਸੀ। ਉੱਥੇ ਨੇ ਡੇਰਾ ਬਣਾਇਆ ਤੇ ਉਹ ਦੂਣ ਦਾ ਇਲਾਕੇ ਤੋਂ ਦੇਹਰਾਦੂਨ ਬਣ ਗਿਆ, ਤਾਂ ਕਰਕੇ ਉਹਦਾ ਨਾਂ ਦੇਹਰਾਦੂਨ ਪਿਆ। ਹੁਣ ਇਹਨੇ ਕਿਹਾ ਕਿ ਮੈਨੂੰ ਕਿਸੇ ਤਰੀਕੇ ਨਾਲ ਗੁਰਤਾ ਗੱਦੀ ਦਵਾ। ਉਹਨੇ ਕਿਹਾ ਕਿਵੇਂ ਮਿਲ ਸਕਦੀ? ਇਹਨੇ ਕਿਹਾ ਕਿ ਮੇਰੇ ਪਿਤਾ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਿਹਾ ਸੀ ਦਿੱਲੀ ਨਹੀਂ ਜਾਣਾ, ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ, ਨਹਿ ਮਲੇਸ਼ਕੋ ਦਰਸ਼ਨ ਦੇ ਹੈ। ਉਹਨਾਂ ਨੇ ਵਚਨ ਕੀਤਾ ਸੀ। ਇਸ ਕਰਕੇ ਜੇ ਤੁਸੀਂ ਇੱਥੇ ਉਹਨੂੰ ਮਗਾਓਗੇ, ਤੁਸੀਂ ਉਹਦੇ ਕੋਲ ਜਾਓਗੇ ਜਾਂ ਤੁਹਾਡੇ ਦਰਬਾਰ ਵਿੱਚ ਆਵੇਗਾ, ਇੱਕ ਤੇ ਪਿਤਾ ਦੇ ਬਚਨਾਂ ਤੋਂ ਝੂਠਾ ਪੈ ਜਾਵੇਗਾ ਤੇ ਮੈਨੂੰ ਗੁਰਤਾ ਗੱਦੀ ਮਿਲ ਜਾਵੇਗੀ, ਕਿਸੇ ਤਰੀਕੇ ਨਾਲ ਉਹਨੂੰ ਮਰਵਾ ਦਿੱਤਾ ਜਾਵੇਗਾ। ਔਰੰਗਜ਼ੇਬ ਵੀ ਪਰਿਵਾਰ ਦੀ ਲੜਾਈ ਦੇ ਵਿੱਚੋਂ ਫਾਇਦਾ ਲੈਣਾ ਚਾਹੁੰਦਾ ਸੀ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਵਡਿਆਈ ਜਿਹੜੀ ਹੈ ਉਹ ਦਿਨੋਂ ਦਿਨ ਵੱਧ ਰਹੀ ਹੈ। ਰਾਜਾ ਜੈ ਸਿੰਘ ਦੇ ਨਾਲ ਗੱਲ ਕੀਤੀ ਗਈ। ਰਾਜੇ ਜੈ ਸਿੰਘ ਨੇ ਆਪਣਾ ਇੱਕ ਸਿਆਣਾ ਬੰਦਾ ਜਿਹੜਾ ਸੀ ਉਹਨੂੰ ਭੇਜਿਆ। ਉਹਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਦੀਆਂ ਸੰਗਤਾਂ ਤੇ ਰਾਜਾ ਜੈ ਸਿੰਘ ਆਪ ਜੀਆਂ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਭਾਵੇਂ ਕਿ ਸਤਿਗੁਰੂ ਜੀ ਜਾਣੀ ਜਾਣ ਸਨ ਸਾਰਾ ਕੁਝ, ਉਹਨਾਂ ਨੂੰ ਪਤਾ ਸੀ, ਪਰ ਨਾਲ ਇਹ ਵੀ ਪਤਾ ਸੀ ਕਿ ਰਸਤੇ ਦੇ ਵਿੱਚ ਵੀ ਸੰਗਤਾਂ ਦਾ ਉਧਾਰ ਕਰਨਾ ਹੈ। ਪਾਤਸ਼ਾਹ ਕਹਿਣ ਲੱਗੇ ਠੀਕ ਹੈ, ਪਰ ਰਾਜਾ ਜੈ ਸਿੰਘ ਨੂੰ ਕਹਿ ਦਿਓ ਔਰੰਗਜ਼ੇਬ ਨਾ ਸਾਡੇ ਮੱਥੇ ਲੱਗੇ ਨਾ ਅਸੀਂ ਉਹਦੇ ਲੱਗਣਾ, ਅਸੀਂ ਆਵਾਂਗੇ ਜ਼ਰੂਰ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਸੰਗਤਾਂ ਦੇ ਰੂਬਰੂ ਹੋ ਕੇ ਉਹਨਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਮਹਾਰਾਜ ਸਾਹਿਬ ਦਿੱਲੀ ਦੀ ਧਰਤੀ ਨੂੰ ਰਵਾਨਾ ਹੁੰਦੇ ਆ। ਪਜੋਖਰਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ। ਸਤਿਗੁਰੂ ਰਸਤੇ ਵਿੱਚ ਬੇਅੰਤ ਜੀਵਾਂ ਦਾ ਉਧਾਰ ਕਰਦੇ। ਜੇ ਆਪਾਂ ਉਹਨਾਂ ਦਾ ਜ਼ਿਕਰ ਕਰੀਏ ਤੇ ਲੰਬਾ ਸਮਾਂ ਲੱਗ ਜਾਵੇਗਾ। ਇੱਕ ਸਿਧਾਂਤ ਦੀ ਗੱਲ ਜਿਹੜੀ ਪਜੋਖਰੇ ਦੀ ਧਰਤੀ ਤੇ ਹੋਈ ਹੈ। ਅਸੀਂ ਕੇਵਲ ਇੰਨਾ ਕੁ ਪੜ੍ਹਿਆ ਜਾਂ ਇੰਨਾ ਕੁ ਸੁਣਿਆ ਕਿ ਸੱਜੂ ਦੇ ਸਿਰ ਤੇ ਮਹਾਰਾਜ ਨੇ ਛੜੀ ਰੱਖੀ, ਗੀਤਾ ਦੇ ਅਰਥ ਕਰ ਦਿੱਤੇ ਤੇ ਬਸ। ਉੱਥੇ ਸਿਧਾਂਤ ਪ੍ਰਗਟ ਕੀਤੇ ਹੈ ਪੰਜੋਖਰੀ ਦੀ ਧਰਤੀ ਦੇ ਉੱਪਰ। ਜਦੋਂ ਮਹਾਰਾਜ ਸਾਹਿਬ ਪੰਜੋਖਰੀ ਦੀ ਧਰਤੀ ਤੇ ਜਾਂਦੇ ਹੈ, ਦਾਸ ਨੂੰ ਉੱਥੇ 3 ਵਾਰੀ ਸਮਾਂ ਮਿਲਿਆ ਇਕੱਠਾ ਕਰਨ ਦਾ। ਉਹ ਇਲਾਕੇ ਨੂੰ, ਉੱਥੇ ਜਗ੍ਹਾ ਨੂੰ ਦੇਖਿਆ, ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਿਆ, ਸਮਝਿਆ। ਜਿਸ ਵੇਲੇ ਮਹਾਰਾਜ ਸਾਹਿਬ ਉੱਥੇ ਗਏ, ਬਹੁਤ ਵੱਡਾ ਸੰਗਤਾਂ ਦਾ ਇਕੱਠ ਹੈ। ਉੱਥੇ ਪੰਡਿਤ ਲਾਲ ਚੰਦ, ਜਿਹਨੂੰ ਵਿਦਿਆ ਦਾ ਬਹੁਤ ਵੱਡਾ ਮਾਣ ਸੀ, ਅੱਜ ਵੀ ਕਿਤਾਬੀ ਕੀੜੇ ਬਹੁਤ ਨੇ। ਹੁਣ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਬੜਾ ਵਿਦਵਾਨ। ਪੁੱਛਿਆ ਕਿ ਕੌਣ ਹੈ? ਗੁਰੂ ਕੇ ਸਿੱਖ ਨੇ ਦੱਸਿਆ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਕਹਿੰਦਾ ਹੱਦ ਹੋ ਗਈ ਹੈ, ਦੁਆਪਰ ਦੇ ਵਿੱਚ ਸਾਡਾ ਕ੍ਰਿਸ਼ਨ ਭਗਵਾਨ ਹੋਇਆ ਹੈ। ਉਹਨੇ ਗੀਤਾ ਜਿਹੜੀ ਸੀ ਉਹ ਰਚਨਾ ਕੀਤੀ ਸੀ। ਇਹਨੇ ਏਡਾ ਵੱਡਾ ਨਾਮ ਰੱਖ ਲਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖ ਨੇ ਆ ਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਦੱਸਿਆ। ਮਹਾਰਾਜ ਕਹਿੰਦੇ ਜਾਓ ਪੰਡਿਤ ਜੀ ਨੂੰ ਲੈ ਕੇ ਆਓ। ਪੰਡਿਤ ਲਾਲ ਚੰਦ ਨੂੰ ਬੁਲਾਇਆ ਗਿਆ। ਮਹਾਰਾਜ ਕਹਿੰਦੇ ਪਹਿਲਾਂ, ਸਭ ਤੋਂ ਪਹਿਲਾਂ ਤੇ ਤੈਨੂੰ ਨਾਮ ਦੀ ਗੱਲ ਦੱਸਦੇ ਅਸੀਂ। ਗੁਰੂ ਸ਼ਬਦ ਜਿਹੜਾ ਹੈ ਨਾ, ਇਹ ਗੁਰੂ ਨਾਨਕ ਦੇ ਘਰ ਵਿੱਚੋਂ ਪ੍ਰਾਪਤ ਹੋਇਆ। ਜਿਹੜਾ ਹਰ ਸ਼ਬਦ ਹੈ ਇਹ ਸਾਡੇ ਪਿਤਾ ਦੇ ਨਾਮ ਨਾਲੋਂ ਪੈਦਾ ਹੋਇਆ। ਜਿਹੜਾ ਕ੍ਰਿਸ਼ਨ ਸ਼ਬਦ ਹੈ ਇਹ ਸਾਡੀ ਮਾਂ ਦਾ ਨਾਮ ਹੈ। ਤੇ ਜਿਹੜਾ ਸ਼ੈਵ ਸ਼ਬਦ ਹੈ ਇਹ ਸੰਗਤਾਂ ਦੇ ਵੱਲੋਂ ਲਗਾਇਆ ਗਿਆ ਹੈ, ਸਾਡਾ ਤੇ ਕੁਝ ਵੀ ਨਹੀਂ ਗਾ। ਪੰਡਿਤ ਲਾਲ ਚੰਦ ਕਹਿਣ ਲੱਗਾ ਜੀ ਫਿਰ ਗੀਤਾ ਦੇ ਅਰਥ ਕਰਕੇ ਸੁਣਾ ਦਿਓ। ਪਾਤਸ਼ਾਹ ਕਹਿਣ ਲੱਗੇ ਲਾਲ ਚੰਦ, ਜੇ ਅਰਥ ਅਸੀਂ ਸੁਣਾ ਦਿੱਤੇ ਤੇਰਾ ਭੁਲੇਖਾ ਫਿਰ ਵੀ ਕਾਇਮ ਰਹੇਗਾ। ਜਾਓ ਤੁਸੀਂ ਕਿਸੇ ਨੂੰ ਵੀ ਲੈ ਆਓ, ਉਹ ਗੀਤਾ ਦੇ ਅਰਥ ਕਰ ਦੇਵੇਗਾ। ਪੰਡਿਤ ਲਾਲ ਚੰਦ ਪਿੰਡ ਦੇ ਵਿੱਚ ਗਿਆ। ਛੱਜੂ ਝੀਵਰ ਜਿਹੜਾ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਂਦਾ ਹੈ, ਹੁਣ ਇਹਨੂੰ ਲੈ ਕੇ ਆਇਆ। ਅਸੀਂ ਇੱਥੇ ਗੂੰਗਾ ਤੇ ਬੋੜਾ ਸ਼ਬਦ ਵਰਤਦੇ ਹਾਂ। ਖੈਰ ਗੁਰੂ ਸਮਰੱਥ ਹੈ, ਉਹ ਗੂੰਗਿਆਂ ਨੂੰ ਜ਼ਬਾਨ ਦੇ ਦਿੰਦਾ ਹੈ, ਉਹ ਬੋੜਿਆਂ ਨੂੰ ਕੰਨ ਦੇ ਦਿੰਦਾ ਹੈ। ਪਰ ਇੱਥੇ ਗੂੰਗੇ ਤੇ ਬੋੜੇ ਦੇ 2 ਅਰਥ ਹੈ। ਛੱਜੂ ਝੀਵਰ ਹੈ ਤੇ ਸੂਦਰ ਜਾਤ ਹੈ।
ਉਹਨਾਂ ਸਮਿਆਂ ਦੇ ਵਿੱਚ ਸ਼ੂਦਰ ਜਿਹੜਾ ਸੀ ਉਹ ਵਿਦਿਆ ਨਹੀਂ ਸੀ ਪੜ੍ਹ ਸਕਦਾ। ਸ਼ੂਦਰ ਆਪਣੀ ਜ਼ਬਾਨ ਦੇ ਨਾਲ ਰੱਬ ਦਾ ਨਾਂ ਨਹੀਂ ਸੀ ਲੈ ਸਕਦਾ, ਇਸ ਕਰਕੇ ਉਹ ਗੂੰਗਾ ਹੈ। ਸ਼ੂਦਰ ਜਿਹੜਾ ਸੀ ਉਹ ਕਿਸੇ ਮੰਦਰ ਦੇ ਕੋਲ ਜਾ ਕੇ ਆਪਣੇ ਕੰਨਾਂ ਦੇ ਨਾਲ ਰੱਬ ਦਾ ਨਾਂ ਨਹੀਂ ਸੁਣ ਸਕਦਾ, ਇਸ ਕਰਕੇ ਉਹ ਬੋਲਾ ਵੀ ਹੈ। ਕਿਉਂਕਿ ਉਹਨਾਂ ਸਮਿਆਂ ਦੇ ਅੰਦਰ ਜੇ ਕੋਈ ਸ਼ੂਦਰ ਜ਼ਬਾਨ ਦੇ ਨਾਲ ਰਾਮ ਸ਼ਬਦ ਕਹਿ ਦਿੰਦਾ ਸੀ, ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ ਸੀ, ਤੇ ਜੇ ਕੰਨਾਂ ਦੇ ਨਾਲ ਸੁਣ ਲੈਂਦਾ ਸੀ ਤੇ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ। ਛੱਜੂ ਨੇ ਕਿਹਾ ਇਹ ਬੰਦਾ ਕਦੇ ਵਿਦਿਆ ਨਹੀਂ ਪੜ੍ਹਿਆ, ਇਹਨੂੰ ਲੈ ਕੇ ਜਾਂਦਾ ਹੈ। ਹੁਣ ਉਹਨੂੰ ਲੈ ਕੇ ਆਂਦਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਕੋਲ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਬਿਠਾੜਿਆ। ਇਹ ਅਰਥ ਕਰ ਦੇਵੇਗਾ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੀ ਰਹਿਮਤ ਚਾਹੀਦੀ, ਇਹ ਕਰ ਦੇਵੇਗਾ। ਦੇਖੋ ਗੁਰਮੁਖੋ, ਆਮ ਕਰਕੇ ਨਾ ਕਿਹਾ ਜਾਂਦਾ ਹੈ ਕਿ ਪੜ੍ਹਿਆ ਲਿਖਿਆ ਹੋਵੇ ਉਹ ਵਿਦਵਾਨ ਹੁੰਦਾ ਹੈ। ਭਾਈ ਜੇਠਾ ਕਿਸੇ ਕਾਲਜ ਵਿੱਚ ਨਹੀਂ ਗਿਆ, ਘੁੰਮਣੀਆਂ ਵੇਚੀਆਂ, ਟੋਕਰੀ ਢੋਈ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਰਹਿਮਤ ਵਰਤੀ, ਤੇ ਅੱਜ ਅਸੀਂ ਪੜ੍ਹਦੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਉਹ 4.5 ਸਾਲ ਦੀ ਉਮਰ ਵਿੱਚ ਕਾਲਜ ਵਿੱਚ ਨਹੀਂ ਪੜ੍ਹੇ, ਜਾਂ ਉਹਨਾਂ ਟੋਕਰੀ ਨਹੀਂ ਢੋਈ। ਇਹਦੇ ਧੁਰੋਂ ਦਰਗਾਹੋਂ ਜਿਹੜੇ ਉਹ ਗੁਰੂ ਵਾਲੇ ਲੇਖ ਸੀ, ਉਹ ਗੁਰੂ ਬਣ ਕੇ ਆਏ ਸੀ ਤੇ ਗੁਰੂ ਦੇ ਸਿਧਾਂਤ ਉਹਨਾਂ ਨੇ ਪ੍ਰਗਟ ਕਰਨੇ ਸੀ। ਜੇ ਛੱਜੂ ਦੇ ਉੱਪਰ ਕਿਰਪਾ ਹੋਈ ਹੈ, ਗੁਰੂ ਚਾਹੇ ਤੇ ਸਮਰੱਥ। ਮੈਂ ਕਰੀ ਸੋਹਣ ਸਿੰਘ ਸੀਤਲ ਹੋਣਾ ਦੇ ਉਹਨਾਂ ਦੇ ਆਪਣੇ ਜੀਵਨ ਬਾਰੇ ਮੈਂ ਲਿਖਿਆ ਪੜ੍ਹਦਾ ਪਿਆ ਸੀ। ਗਿਆਨੀ ਅਰੂਰ ਸਿੰਘ ਹੋਏ ਹੈ ਨਸ਼ਹਿਰਾ ਪੰਨੂਆਂ ਦੇ, ਜਿਹੜੀ ਤਕਰੀਬਨ ਉਹਦੇ ਨਾਲ ਆਉਂਦੇ ਨੇ ਵੀਰ ਹਰਭਜਨ ਸਿੰਘ ਹੋਣੀ। ਅਸੀਂ ਇੱਕੇ ਪਿੰਡ ਦੀਆਂ, ਖੈਰ ਸਾਡਾ ਦੋਨਾਂ ਦਾ ਪਿੰਡ ਵੀ ਇੱਕ ਹੈ। ਅਰੂਰ ਸਿੰਘ ਜਿਹੜੇ ਸੋਹਣ ਸਿੰਘ ਸੀਤਲ ਹੋਣਾ ਦੇ ਨਾਲ ਗਾਉਂਦੇ ਰਹੇ, ਤੇ ਸੋਹਣ ਸਿੰਘ ਸੀਤਲ ਆਪਣੇ ਸਮੇਂ ਦਾ ਸਭ ਤੋਂ ਵੱਡਾ ਵਿਦਵਾਨ ਸੀ। ਉਹ ਕਹਿੰਦੇ ਤਰਨਤਾਰਨ ਮੱਸਿਆ ਤੇ ਦੀਵਾਨ ਸੀ ਸਾਡਾ, ਤੇ ਬੜੇ ਵੱਡੇ ਇੱਥੇ ਹੋਰ ਵੀ ਕਵਿਸ਼ਰ ਆਏ, ਢਾਡੀ ਆਏ, ਤੇ ਮਨ ਵਿੱਚ ਆਇਆ ਕਿ ਸਾਰੇ ਮੇਰੇ ਤੋਂ ਨੀਵੇਂ, ਇਹਨਾਂ ਮੇਰੇ ਜਿੰਨਾ ਨਹੀਂ ਪੜ੍ਹਿਆ। ਜਦੋਂ ਮੈਂ ਇੱਥੇ ਲੱਗਾਂਗਾ ਨਾ, ਜਦੋਂ ਮੈਂ ਇੱਥੇ ਇਤਿਹਾਸ ਸੁਣਾਉਣਾ ਸ਼ੁਰੂ ਕੀਤਾ, ਸਾਰਿਆਂ ਦੀ ਬੋਲਤੀ ਬੰਦ ਕਰਕੇ ਰੱਖ ਦੇਵਾਂਗਾ। ਕਹਿੰਦਾ ਸਟੇਜ ਤੇ ਗਿਆ, ਫਤਿਹ ਬੁਲਾਈ, ਮੇਰੇ ਤੋਂ ਅਗਲਾ ਸ਼ਬਦ ਹੀ ਨਹੀਂ ਨਿਕਲਿਆ। ਆਂਦਾ ਮੈਂ ਨਾਲਦਿਆਂ ਨੂੰ ਇਸ਼ਾਰਾ ਕੀਤਾ ਤੁਸੀਂ ਗਾਓ। ਆਂਦਾ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ। ਮੈਂ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ, ਗੁਰੂ ਅਰਜਨ ਸਾਹਿਬ ਮਨ ਹੰਕਾਰ ਗਿਆ ਸੀ, ਭਲੇਖੇ ਵਿੱਚ ਪੈ ਗਿਆ ਸੀ, ਕਿਰਪਾ ਕਰਿਓ, ਮੈਂ ਨੀਵਾਂ ਤੇ ਤੇਰੇ ਦਰ ਦਾ ਕੂਕਰ ਬਣ ਕੇ ਆਇਆ ਹੈ। ਕਹਿੰਦਾ ਫਿਰ ਜਾ ਕੇ ਇਤਿਹਾਸ ਸੁਣਾਇਆ ਤੇ ਮੈਂ ਸੰਗਤ ਵਿੱਚ ਆਪਣੀ ਗੱਲ ਰੱਖੀ। ਇਹ ਹੈ ਗੁਰੂ ਘਰ ਦੇ ਵਿੱਚ ਨੀਵੇਂ ਬਣ ਕੇ ਅਸੀਂ ਗੁਰੂ ਰਹਿਮਤ ਕਰਦਾ, ਨਹੀਂ ਤੇ ਇੱਕ ਬੋਲ ਵੀ ਬੋਲਿਆ ਨਹੀਂ ਜਾਂਦਾ। ਹੁਣ ਛੱਜੂ ਝੀਵਰ ਜਦੋਂ ਸਾਹਮਣੇ ਬੈਠਾ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਸਿਰ ਦੇ ਉੱਪਰ ਉਹ ਛੜੀ ਰੱਖੀ। ਕਹਿਣ ਲੱਗੇ ਛੱਜੂ ਚੱਲ ਸ਼ੁਰੂ ਹੋ ਜਾ। ਕਹਿਣ ਲੱਗੇ ਪੰਡਤ ਜੀ ਪੜੋ। ਪੰਡਤ ਨੇ ਗੀਤਾ ਦਾ ਉਹ ਸ਼ਬਦ ਪੜ੍ਹਿਆ। ਛੱਜੂ ਝੀਵਰ ਕਹਿਣ ਲੱਗਾ ਪੰਡਤ ਜੀ ਤੁਸੀਂ ਗਲਤ ਪੜ੍ਹਿਆ, ਸ਼ਬਦ ਇਸ ਤਰੀਕੇ ਨਾਲ ਪੜ੍ਹਨਾ। ਪੰਡਤ ਲਾਲ ਚੰਦ ਦੀ ਬੁੱਧੀ ਚਕਰਾ ਗਈ ਵੀ ਕਮਾਲ ਹੋ ਗਈ ਹੈ, ਮੈਂ ਸੋਚਦਾ ਸੀ ਵਿਦਵਾਨ ਬੜਾ ਹੈ। ਛੱਜੂ ਝੀਵਰ ਕਹਿੰਦਾ ਪੰਡਤ ਜੀ ਮੈਂ ਹੀ ਇਹ ਸ਼ਲੋਕ ਪੜਾਂਗਾ ਤੇ ਮੈਂ ਹੀ ਅਰਥ ਕਰਾਂਗਾ। ਇੱਥੇ ਗੁਰਮੁਖੋ ਯਾਦ ਰੱਖਿਓ, ਛੱਜੂ ਝੀਵਰ ਸ਼ਬਦ ਪੜਦਾ ਹੈ ਤੇ ਅਰਥ ਕਰਦਾ ਹੈ। ਪੰਡਤ ਲਾਲ ਚੰਦ ਨੇ ਆਪਣੀ ਗਲ ਵਿੱਚੋਂ ਜਨੇਊ ਲਾ ਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਰੱਖ ਦਿੱਤਾ। ਇੱਥੇ ਦੋ ਸਿਧਾਂਤ ਪ੍ਰਗਟ ਹੋਏ ਹੈ। ਪਹਿਲਾ ਸਿਧਾਂਤ ਇਹ ਸੀ ਕਿ ਪੰਡਤ ਦੇ ਸਾਹਮਣੇ ਸ਼ੂਦਰ ਨਹੀਂ ਸੀ ਪੜ ਸਕਦਾ, ਅੱਜ ਸ਼ੂਦਰ ਪੜਦਾ ਪਿਆ ਤੇ ਪੰਡਤ ਸੁਣਦਾ ਪਿਆ। ਦੂਸਰਾ ਸਿਧਾਂਤ ਸੀ ਪੰਡਤ ਜਨੇਊ ਲੋਕਾਂ ਦੇ ਪਾਉਂਦਾ ਏ, ਅੱਜ ਉਹ ਪੰਡਤ ਜਨੇਊ ਲਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਤੇ ਰੱਖਦਾ ਹੈ। ਇਹ ਸੀ ਦੋ ਬਖਸ਼ਿਸ਼ਾਂ ਜਿਹੜੀਆਂ ਉਸ ਧਰਤੀ ਤੇ ਹੁੰਦੀਆਂ ਤੇ ਗੁਰੂ ਘਰ ਦਾ ਸੇਵਕ ਬਣਦਾ ਹੈ। ਮੈਂ ਇਹ ਬੇਨਤੀ ਕਰਾਂ ਹੱਥ ਜੋੜ ਕੇ, ਪੰਡਤ ਲਾਲ ਚੰਦ ਨੇ ਕੇਵਲ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤੇ ਹੈ। ਪੰਡਤ ਲਾਲ ਚੰਦ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਗਿਆਨੀ ਅਮਰ ਸਿੰਘ ਅਮਰ ਹੋਣਾ ਨੇ ਇਹਨਾਂ ਦੇ ਬਾਰੇ ਲਿਖਿਆ ਹੈ। ਇਹਨਾਂ ਦਾ ਪਰਿਵਾਰ ਬਾਅਦ ਵਿੱਚ ਅੰਮ੍ਰਿਤ ਵੀ ਛਕਦਾ ਹੈ, ਇਹਨਾਂ ਦਾ ਪਰਿਵਾਰ ਸ਼ਹੀਦ ਵੀ ਹੁੰਦਾ ਹੈ। ਯਾਦ ਰੱਖਿਓ ਗੁਰਮੁਖੋ, ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਤੇ ਅਸੀਂ ਸਿੱਖਾਂ ਦੇ ਘਰ ਵਿੱਚ ਜਨਮ ਲਿਆ ਹੈ। ਪੰਡਤ ਲਾਲ ਚੰਦ ਇੱਕ ਉੱਚ ਘਰਾਣੇ ਦਾ ਬ੍ਰਾਹਮਣ ਹੋ ਕੇ ਜਨੇਊ ਲਾ ਕੇ ਸਿੱਖ ਬਣਦਾ ਹੈ। ਯਾਦ ਰੱਖਿਓ, ਅਸੀਂ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੀਏ, ਦਾਤਾ
ਤਰਸ ਤੇ ਤੂੰ ਕੀਤਾ ਸੀ, ਸਿੱਖਾਂ ਘਰ ਵਿੱਚ ਜਨਮ ਲਿਆ ਸੀ, ਪਰ ਸਿੱਖਾਂ ਸਿੱਖ ਸਿਧਾਂਤ ਨੂੰ ਕਦੀ ਨਹੀਂ ਜ਼ਿੰਦਗੀ 'ਚ ਅਪਣਾਇਆ। ਸਾਡੇ ਤੋਂ ਤੇ ਪੰਡਤ ਲਾਲ ਚੰਦ ਚੰਗਾ ਹੈ, ਜਿਨੇ ਸਿੱਖੀ ਸਿਧਾਂਤਾਂ ਨੂੰ ਅਪਣਾ ਲਿਆ। ਸਾਡੇ ਤੇ ਇੱਕ ਰਹਿਮਤ ਕਰੀ, ਅਸੀਂ ਇਹਨਾਂ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਸਕੀਏ, ਅਸੀਂ ਇਹਨਾਂ ਸਿੱਖੀ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕੀਏ। ਯਾਦ ਰੱਖਿਓ, ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੇ ਵਿੱਚ ਰਾਜੇ ਜੈ ਸਿੰਘ ਦੇ ਬਗਲੇ ਦੇ ਵਿੱਚ ਨਾ ਜਾਂਦੇ, ਉਹਨੂੰ ਕਿਸੇ ਨੇ ਬਗਲਾ ਸਾਹਿਬ ਨਹੀਂ ਸੀ ਕਹਿਣਾ। ਗੁਰੂ ਹਰਿਕ੍ਰਿਸ਼ਨ ਉਹ ਕੱਲਾ ਬਗਲਾ ਹੀ ਰਹਿਣਾ ਸੀ ਤੇ ਅੱਜ ਹੋ ਸਕਦਾ ਖੰਡਰ ਹੋਇਆ ਹੁੰਦਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇੱਥੇ ਪੰਡਤ ਲਾਲ ਚੰਦ ਨੂੰ ਨਿਹਾਲ ਕਰਦੇ ਹੈ ਤੇ ਨਿਹਾਲ ਕਰਨ ਤੋਂ ਬਾਅਦ ਯਾਦ ਰੱਖਿਓ, ਕਈ ਵਾਰੀ ਨਾ ਸਾਡੇ ਮਨਾਂ ਦੇ ਅੰਦਰ ਇੱਕ ਸੋਚ ਹੁੰਦੀ ਹੈ ਕਿ ਸ਼ਾਇਦ ਸਿਆਣਾ ਬੰਦਾ ਸਿਆਣੀ ਗੱਲ ਕਰੇਗਾ। ਸ਼ੇਖ ਸਾਦੀ ਜੀ ਲਿਖਦੇ ਹੈ ਕਿ ਮੈਂ ਕਿਤੇ ਯਾਤਰਾ ਵਾਸਤੇ ਜਾ ਰਿਹਾ ਸੀ, ਕਿਤੇ ਯਾਤਰਾ ਵਾਸਤੇ ਜਾ ਰਿਹਾ ਸੀ ਤੇ ਰਸਤੇ ਵਿੱਚ ਭੁੱਖ ਲੱਗੀ ਤੇ ਮੇਰੇ ਕੋਲ 1 ਟਕਾ ਸੀ। ਮਨ ਦੇ ਵਿੱਚ ਸੋਚਦਾ ਪਿਆ ਸੀ ਭੁੱਖ ਲੱਗੀ ਹੈ, ਮੇਰਾ ਗਧਾ ਵੀ ਨਾਲ ਸੀ ਤੇ ਮੇਰਾ ਇੱਕ ਮੁਰਗਾ ਸੀ ਉਹ ਵੀ ਨਾਲ ਸੀ, ਉੱਪਰ ਜਿਹਨੂੰ ਆਪਾਂ ਕਹਿ ਦਿੰਦੇ, ਕਹਿੰਦੇ ਦੋਵੇਂ ਉਹ ਵੀ ਮੇਰੇ ਨਾਲ। ਮੈਂ ਸੋਚਿਆ ਵੀ ਕੀ ਕੀਤਾ ਜਾਵੇ, ਇਹ ਵੀ ਭੁੱਖੇ ਹੈ ਤੇ ਮੈਂ ਵੀ ਭੁੱਖਾ ਹਾਂ। ਇੱਕ ਬੱਚਾ ਖੇਡਦਾ ਹੋਇਆ ਮੇਰੇ ਕੋਲ ਆ ਕੇ ਕਹਿੰਦਾ, ਬਾਬਾ ਕਿਤੇ ਟੈਨਸ਼ਨ ਦੇ ਵਿੱਚ, ਕਿਸੇ ਫਿਕਰ ਵਿੱਚ ਲੱਗਦਾ ਹੈ। ਕਹਿਣ ਲੱਗਾ ਤੂੰ ਛੱਡ, ਤੂੰ ਖੇਡ। ਕਹਿੰਦਾ ਨਹੀਂ ਬਾਬਾ, ਫਿਰ ਵੀ ਸਿਆਣੇ ਕਹਿੰਦੇ ਆ ਜੇ ਕੋਈ ਟੈਨਸ਼ਨ ਹੋਵੇ ਤੇ ਕੰਧ ਦੇ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ, ਦੱਸ ਤੇ ਸਹੀ। ਬਾਬਾ ਕਹਿਣ ਲੱਗਾ, ਪੁੱਤਰਾ ਮੇਰੇ ਕੋਲ ਟਕਾ ਹੈ 1, 3 ਜਾਣੇ ਹੈ, ਭੁੱਖ ਤਿੰਨਾਂ ਨੂੰ ਲੱਗੀ ਹੈ ਤੇ ਸੋਚਦਾ ਕੀ ਲਿਆ ਜਾਵੇ, 1 ਟਕੇ ਦਾ ਕੀ ਆਵੇਗਾ। ਉਹ ਕਹਿੰਦਾ ਬਾਬਾ ਹੱਦ ਹੋ ਗਈ ਹੈ, 1 ਟਕੇ ਦੀ ਦਵਾਣੀ ਲੈ, ਗੁੱਦਾ ਤੂੰ ਖਾਵੀਂ, ਬੀ ਮੁੱਕੜ ਨੂੰ ਪਾਵੀਂ ਤੇ ਛਿਲੜਾ ਜਿਹੜੀਆਂ ਗਧੇ ਨੂੰ ਪਾਵੀਂ, 3 ਜਾਣੇ ਰੱਜ ਜਾਓਗੇ ਤੁਸੀਂ। ਉਹ ਕਹਿੰਦਾ ਮੈਂ ਉਸ ਧਰਤੀ ਨੂੰ ਸਿਜਦਾ ਕੀਤਾ ਵੀ ਇਸ ਧਰਤੀ ਤੇ ਏਡੇ ਸਿਆਣੇ ਬੱਚੇ ਵੀ ਹੈ। ਯਾਦ ਰੱਖਿਓ, ਅਸੀਂ ਕਈ ਵਾਰੀ ਸਰੀਰਾਂ ਵੱਲ ਦੇਖਦੇ ਹਾਂ, ਗੁਰੂ ਸਰੀਰ ਨਹੀਂ, ਗੁਰੂ ਜੋਤ ਹੈ। ਤੇ ਜਿਨ੍ਹਾਂ ਨੇ ਗੁਰੂ ਜੋਤ ਕਰਕੇ ਸਮਝਿਆ ਉਹ ਛੱਜੂ ਝੀਵਰ ਵਾਂਗੂ ਗਿਆਨਵਾਨ ਬਣ ਗਏ, ਜਿਨ੍ਹਾਂ ਨੇ ਸਰੀਰ ਨੂੰ ਗੁਰੂ ਸਮਝਿਆ ਉਹ ਪੰਡਤ ਲਾਲ ਚੰਦ ਵਾਂਗੂ ਖਾਲੀ ਰਹਿ ਗਏ। ਇਸ ਕਰਕੇ ਅਸੀਂ ਗੁਰੂ ਸਾਹਿਬ ਦੇ ਹਾਜ਼ਰ ਨਾਜ਼ਰ, ਗੁਰੂ ਜੋਤ, ਗੁਰੂ ਦੇ ਉੱਪਰ ਭਰੋਸਾ, ਗੁਰੂ ਸ਼ਬਦ ਦੀ ਟੇਕ ਜਦੋਂ ਅਸੀਂ ਰੱਖਣੀ ਸ਼ੁਰੂ ਕਰ ਦੇਵਾਂਗੇ, ਫਿਰ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਪ ਜੀ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਰਾਤਰੀ ਦੇ ਵਿਸ਼ੇਸ਼ ਦੀਵਾਨਾਂ ਦੇ ਅੰਦਰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਯਾਦ ਕੀਤਾ। ਸਤਿਗੁਰੂ ਜੀ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਕੋਟਨ ਕੋਟ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਜਿਨ੍ਹਾਂ ਦੀ ਕਿਰਪਾ ਨਾਲ ਆਪ ਜੀ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਈ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਸਤਿਗੁਰੂ ਮੈਂ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪਰੀਆਂ, ਸ਼ਬਦੋ ਤਗਾਵੋ ਹਰੀ ਕੇਰਾ। ਕਹੇ ਨਾਨਕ ਆਨੰਦ ਹੋਆ, ਇਹ ਮਨ ਮੇਰਿਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਅੰਗੀਕਾਰੋ ਕਰੇ ਤੇਰਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਕਹੇ ਨਾਨਕ ਮਨ ਮੇਰੇ। ਸਾਚੇ ਸਾਹਿਬਾ ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਹੈ ਸੋ ਸਦਾ ਸਿਫਤ ਸਲਾਹ ਤੇਰੀ। ਨਾਮ ਜਿਨ ਕੈ ਮਨ ਵਸਿਆ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ। ਸਾਚਾ
साच नाम आधार मेरा जिन कर शांत सुख मान आए बसया जिन सदा कुर्बान कीता गुरु भिटो कहे नानक सुनो संतो शब्द साचा वाजे पंच शब्द तित कारस भागै कारस भागै काला जित पंच दूत तुद वास कीते तुर कर्म पाया तुद जिन को कहे नानक ता सुख होआ अनंद सुनो बड़ भागी हो पार ब्रह्म प्रभ पाया दुख रोग सच्ची बानी संत साजन भय सरसे सुनते पुनीत कहते पवित्र बिनवंत नानक गुर चरण लागे पवन गुरु पाणी पिता दिवस रात दुई दाई दाया सगल जगत जगियाइया बुरियाइया वाचे कर्म दूर कर्मी आपो जिनी नाम त्याया नानक ते मुख उजले जिनी नाम त्याया नानक ते मुख उजले वाहिगुरु जी का खालसा वाहिगुरु जी की फतेह।